हाँ जी। हाँ जी। सो सब तो पहला सारिਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਆਪਣੇ ਇਸ YouTube ਚੈਨਲ ਤੇ। ਸੋ ਅੱਜ ਆਪਾਂ ਕੁਝ ਹੋਰ ਪ੍ਰਸ਼ਨ ਦੇਖਾਂਗੇ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ 3 ਟੈਸਟ ਹੈ ਜਿਹੜੇ ਆਪਣੇ ਜਿਹੜੇ ਹੋਏ ਸੀ। ਆਪਾਂ ਜਿਹੜੇ ਟੈਸਟ ਮਤਲਬ ਆਪਣੀ ਐਪ ਹੈ ਜਿਹੜੀ SS ਐਜੂਕੇਸ਼ਨ ਜਿਹੜੀ ਨਵੀਂ ਐਪ ਹੈ ਜਿਹੜੀ ਉਹਦੇ ਵਿੱਚ ਜੋ ਟੈਸਟ ਚੱਲ ਰਹੇ ਆ 3 ਟੈਸਟ ਹੈ ਜਿਹੜੇ ਉਹ ਹੋ ਚੁੱਕੇ। ਉਹਨਾਂ ਦਾ ਮਤਲਬ ਆਪਾਂ 3 ਟੈਸਟ ਹੋ ਚੁੱਕੇ ਆ ਦਾ ਮਤਲਬ ਕੀ ਹੈ ਵੀ 3 ਟੈਸਟਾਂ ਦਾ ਆਪਾਂ ਵਿਆਖਿਆ ਕਰ ਚੁੱਕੇ ਹੈ ਨਾ। ਸੋ ਆਪਾਂ ਉਸ ਤੋਂ ਬਾਅਦ ਇੱਕ ਹੈਗਾ ਰਿਵੀਜ਼ਨ ਟੈਸਟ ਹੋਇਆ ਸੀਗਾ। ਰਿਵੀਜ਼ਨ ਟੈਸਟ ਬਾਰੇ ਦੇਖਦੇ ਹਾਂ, ਇਹਦੀ ਅੱਜ ਵਿਆਖਿਆ ਕਰਦੇ ਆਪਾਂ। ਕੋਸ਼ਿਸ਼ ਇਹ ਰਹੂਗੀ ਸਾਰਿਆਂ ਦੀ ਕਰ ਦਈਏ, ਮਤਲਬ ਇਹਦੇ ਸਾਰੇ ਪ੍ਰਸ਼ਨਾਂ ਦੀ। ਰਿਵੀਜ਼ਨ ਟੈਸਟ ਹੈ ਇਹ ਆਪਣਾ। ਹਾਂ, ਇਹ ਰਿਵੀਜ਼ਨ ਟੈਸਟ ਜਿਹੜਾ ਹੋਇਆ ਸੀਗਾ ਉਹਦੇ ਬਾਰੇ ਹੈ ਆਪਣਾ। ਹਾਂ, ਸੋ ਦੇਖਦੇ ਹਾਂ। ਪਹਿਲਾਂ ਇੱਕ ਦੋ ਚਾਰ ਗੱਲਾਂ ਜ਼ਰੂਰੀ ਕਰਨੀਆਂ। ਇਸ ਤੋਂ ਪਹਿਲਾਂ ਪ੍ਰਸ਼ਨ ਦੇਖੀਏ ਸਭ ਤੋਂ ਪਹਿਲਾਂ ਆਪਾਂ। ਠੀਕ ਹੈ ਜੀ। ਹਾਂ, ਇੱਕ ਗੱਲ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਸੰਤਵੀਰ ਸਰ ਜੀ ਇਸੇ ਚੈਨਲ 'ਤੇ ਹੀ ਆਪਣੇ ਸੰਤਵੀਰ ਸਰ ਚੈਨਲ ਆ YouTube ਆਪਣਾ, ਅਤੇ ਇਸੇ ਚੈਨਲ 'ਤੇ ਹੀ ਸੰਤਵੀਰ ਸਰ ਜੀ ਨੇ ਉਹ ਇੱਕ ਤਾਂ ਕੰਪਿਊਟਰ ਵਾਲਾ ਜਿਵੇਂ ਕਰਾਇਆ ਹੈ ਨਾ, ਕੰਪਿਊਟਰ ਦਾ ਮੈਟਰ ਜਿਹੜਾ ਉਹ ਵੇਖ ਲਓ ਕਿੰਨਾ ਵਧੀਆ ਕਰਵਾਇਆ। ਅਤੇ ਇੱਕ ਉਹਨਾਂ ਨੇ ਹੁਣ ਮੈਨੇਜਮੈਂਟ ਵੀ ਸ਼ੁਰੂ ਕਰ ਰੱਖੀ ਹੈ। ਮੈਨੇਜਮੈਂਟ ਵਾਲੀ ਇਕੱਠੀ PDF ਹੈ, ਤੁਹਾਨੂੰ ਇੱਕ ਸਾਰ ਮਿਲ ਜੂਗੀ। ਟੈਲੀਗ੍ਰਾਮ ਵਗੈਰਾ 'ਤੇ ਸਰ ਆਪੇ ਪਾ ਦੇਣਗੇ, ਇਕੱਠੇ ਦੀ ਮਿਲੂਗੀ ਉਹਦੀ PDF, ਮਤਲਬ ਅੱਗੇ ਪਿੱਛੇ ਨਹੀਂ, ਕਿਉਂਕਿ ਉਹਨਾਂ ਨੇ ਮੈਨੂੰ ਲੱਗਦਾ ਅੱਡ ਅੱਡ ਪਾਰਟਾਂ 'ਚ ਬਣਾਉਣੀ ਹੈ ਵੀਡੀਓ, ਅਤੇ ਉਹਦੀ ਇਕੱਠੀ PDF ਤੁਹਾਨੂੰ ਇੱਕ ਉਹ ਸਾਰੀਆਂ ਵੀਡੀਓ ਬਣਨ ਤੋਂ ਬਾਅਦ ਮਿਲ ਜਾਏਗੀ, ਉੱਥੇ ਤੁਸੀਂ ਲੈ ਲਿਓ। ਠੀਕ ਹੈ ਜੀ। ਹਾਂ, ਸੋ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਆਪਾਂ ਦੇਖਦੇ ਹਾਂ ਆਪਣੀ ਸਕਰੀਨ 'ਤੇ। ਭਾਸ਼ਾ ਨੂੰ ਵਾਕਾਂ ਦਾ ਸਮੂਹ ਕਿਸ ਨੇ ਕਿਹਾ ਹੈ? ਭਾਸ਼ਾ ਨੂੰ ਵਾਕਾਂ ਦਾ ਸਮੂਹ ਕਿਸ ਨੇ ਕਿਹਾ ਹੈ? ਸੋ ਇਹਦੇ ਵਿੱਚ ਇੱਕ ਮਿੰਟ, ਹਾਂ ਇਸ ਤਰ੍ਹਾਂ ਕਰ ਲਈਏ। ਇੱਕ ਤਾਂ ਆਪਾਂ ਭਾਸ਼ਾ ਨੂੰ ਵਾਕਾਂ ਦਾ ਸਮੂਹ ਕਿਸ ਨੇ ਕਿਹਾ ਹੈ, ਬਾਈ ਇੱਥੇ ਨੇ ਆਉਣਾ ਸੀਗਾ। ਠੀਕ ਹੈ। ਹਾਂ, ਸੋ ਇਹ ਹੈ ਜਿਹੜੀ ਇਸ ਤਰ੍ਹਾਂ ਦਾ ਇੱਕ ਪ੍ਰਸ਼ਨ ਤੁਸੀਂ ਤਿਆਰ ਰੱਖਣਾ ਪੂਰਾ। ਐਵੇਂ ਦਾ ਪ੍ਰਸ਼ਨ, ਇਸ ਤਰ੍ਹਾਂ ਦੇ ਇੱਕ ਪ੍ਰਸ਼ਨ ਨਾਲ ਤੁਹਾਡਾ ਸਾਹਮਣਾ ਹੋਊਗਾ। ਪਰਿਭਾਸ਼ਾ ਜਿਹੜੀ ਪੁੱਛੀ ਹੋਊਗੀ ਉਹ ਤੁਸੀਂ ਬਈ ਧਿਆਨ ਨਾਲ ਸਾਰੀਆਂ ਪਰਿਭਾਸ਼ਾਵਾਂ ਜਿਹੜੀਆਂ ਭਾਸ਼ਾ ਦੇ ਨਾਲ ਰਿਲੇਟਡ ਦਿੱਤੀਆਂ ਹੋਈਆਂ ਸਾਰੀਆਂ ਦਾ ਸਾਰੀਆਂ ਆਪਣੀ ਬੁੱਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਮੈਂ ਕਿੰਨੀਆਂ ਪਰਿਭਾਸ਼ਾਵਾਂ ਦਿੱਤੀਆਂ, ਸਾਰੀਆਂ ਛੋਟੀਆਂ ਛੋਟੀਆਂ ਸ਼ਾਰਟ ਐਂਡ ਸਵੀਟ ਪਰਿਭਾਸ਼ਾਵਾਂ ਵਿੱਚੋਂ ਇੱਕ ਅੱਧੀ ਪਰਿਭਾਸ਼ਾ ਜ਼ਰੂਰ ਆਊਗੀ। ਸੋ ਠੀਕ ਹੈ, ਯਾਦ ਰੱਖਣੀ ਹੈ ਤੁਸੀਂ। ਸੋ ਇੱਥੇ ਭਾਸ਼ਾ ਨੂੰ ਵਾਕਾਂ ਦਾ ਸਮੂਹ ਕਿਹਾ ਹੈ ਜੀ ਨੋਆਮ ਚੋਮਸਕੀ ਨੇ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਸੋ ਇਹ ਹੈ ਜਿਹੜਾ ਨੋਆਮ ਚੋਮਸਕੀ ਹੈ। ਜਿਵੇਂ ਉਸ ਤੋਂ ਬਾਅਦ ਲਾਈਨ ਇਸ ਦਿੱਤਾ ਹੈ ਹਰਕੀਰਤ ਸਿੰਘ ਆ, ਪ੍ਰੇਮ ਪ੍ਰਕਾਸ਼ ਸਿੰਘ ਆ, ਇਹਨਾਂ ਦੀ ਪਰਿਭਾਸ਼ਾ ਜਿਹੜੀ ਇਹ ਤੁਸੀਂ ਯਾਦ ਰੱਖਣੀ ਹੈ। ਸੋ ਠੀਕ ਹੈ, ਵਿਆਖਿਆ ਕਰਨ ਦਾ ਮਤਲਬ ਇਹ ਹੁੰਦਾ ਵੀ ਦੂਜੀਆਂ ਵੀ ਤੁਸੀਂ ਗੱਲਾਂ ਯਾਦ ਰੱਖੋ। ਸੋ ਇਹ ਤੁਹਾਡੀ ਰਿਸਪੋਂਸੀਬਿਲਿਟੀ ਹੈ, ਤੁਸੀਂ ਸਾਰੀਆਂ ਪਰਿਭਾਸ਼ਾਵਾਂ ਯਾਦ ਰੱਖਣੀਆਂ। ਹੁਣ ਆਹ ਦੇਖ ਲੈਣੀਆਂ ਬਈ ਲਾਈਨਜ਼ ਨੇ ਭਾਸ਼ਾ ਦੀ ਪਰਿਭਾਸ਼ਾ ਕੀ ਦਿੱਤੀ ਹੈ, ਹਰਕੀਰਤ ਸਿੰਘ ਨੇ ਕੀ ਦਿੱਤੀ ਹੈ, ਅਤੇ ਇੱਕ ਤੁਸੀਂ ਆ ਵੀ ਦੇਖ ਲੈਣਾ ਵੀ ਪ੍ਰੇਮ ਪ੍ਰਕਾਸ਼ ਸਿੰਘ ਜੀ ਨੇ ਕਿਹੜੀ ਪਰਿਭਾਸ਼ਾ ਦਿੱਤੀ ਹੈ। ਸੋ ਠੀਕ ਹੈ ਜੀ, ਹੋ ਗਿਆ ਕਲੀਅਰ। ਉਸ ਤੋਂ ਬਾਅਦ ਅਗਲੇ ਪ੍ਰਸ਼ਨ 'ਤੇ ਚੱਲਦੇ ਆ ਕਿ ਭਾਸ਼ਾ ਦੀ ਪੂਰਨਤਾ ਲਈ ਜ਼ਰੂਰੀ ਹੈ। ਕਿਹੜੀਆਂ ਕਿਹੜੀਆਂ ਚੀਜ਼ਾਂ ਭਾਸ਼ਾ ਦੀ ਪੂਰਨਤਾ ਵਾਸਤੇ ਜ਼ਰੂਰੀ ਹੈ? ਦੇਖੋ, ਇਸ ਪ੍ਰਸ਼ਨ ਦੇ ਪਿੱਛੇ ਕੀ ਹੈ ਜਿਹੜੀ ਥਿਊਰੀ ਹੈ ਉਹ ਤੁਹਾਨੂੰ ਧਿਆਨ ਹੋਣੀ ਚਾਹੀਦੀ ਹੈ। ਭਾਸ਼ਾ ਦੇ 2 ਰੂਪ ਹੁੰਦੇ ਆ, ਇੱਕ ਹੁੰਦਾ ਮੌਖਿਕ ਰੂਪ, ਇੱਕ ਹੁੰਦਾ ਭਾਸ਼ਾ ਦਾ ਲਿਖਤ ਰੂਪ। ਮੌਖਿਕ ਰੂਪ ਦੇ ਹੋਰ ਵੀ ਨਾਮ ਦੇਖ ਲਓ ਕਿਹੜੇ ਕਿਹੜੇ ਆ। ਇੱਕ ਉਹਨੂੰ ਉਚਰਿਤ ਰੂਪ ਵੀ ਕਿਹਾ ਜਾਂਦਾ, ਇੱਕ ਉਹਨੂੰ ਧੁਨੀਆਤਮਕ ਰੂਪ ਵੀ ਕਿਹਾ ਜਾਂਦਾ। ਇਹ ਯਾਦ ਰੱਖਣੇ ਆ ਤੁਸੀਂ। ਸੋ ਇੱਕ ਹੁਣ ਜਿਵੇਂ ਲਿਖਤ ਰੂਪ ਆ, ਲਿਖਤ ਰੂਪ ਦਾ ਨਾਮ ਦੂਜਾ ਲਿਪੀਬੱਧ ਰੂਪ ਵੀ ਕਿਹਾ ਜਾਂਦਾ। 2 ਰੂਪ ਹੈ ਭਾਸ਼ਾ, 2 ਰੂਪ ਹੈ ਭਾਸ਼ਾ ਦੇ। ਇੱਕ ਨੂੰ ਆਪਾਂ ਸਥਾਈ ਰੂਪ, ਇੱਕ ਮਤਲਬ ਸਥਾਈ ਰੂਪ ਮੰਨਿਆ ਜਾਂਦਾ ਅਤੇ ਇੱਕ ਨੂੰ ਅਸਥਾਈ ਰੂਪ ਮੰਨਿਆ ਜਾਂਦਾ। ਇਹਦੇ ਵਿੱਚੋਂ ਇੱਕ ਹੋਰ ਵੀ ਹੈ, ਇਹਦੇ ਵਿੱਚੋਂ ਇੱਕ ਹੈ ਜਿਹੜਾ ਇਹ ਪਹਿਲਾ ਰੂਪ ਹੈ, ਮੁੱਖ ਰੂਪ ਹੈ, ਅਤੇ ਦੂਜਾ ਦੂਜੇ ਨੰਬਰ 'ਤੇ ਆਉਂਦਾ ਹੈ ਨਾ। ਇੱਕ ਦਾ ਸਥਾਨ ਪਹਿਲਾ, ਇੱਕ ਦਾ ਦੂਜਾ। ਇਹ ਵੀ ਧਿਆਨ 'ਚ ਰੱਖਣਾ। ਜਿਵੇਂ ਮੌਖਿਕ ਰੂਪ ਹੈ ਜਿਹੜਾ ਇਹ ਪਹਿਲੇ ਨੰਬਰ 'ਤੇ ਆਉਂਦਾ, ਇਹਦਾ ਪਹਿਲਾ ਸਥਾਨ ਹੈ, ਅਤੇ ਲਿਖਤ ਦਾ ਸਥਾਨ ਦੂਜਾ ਹੈ ਭਾਈ, ਦੂਜੈੜਾ ਸਥਾਨ ਹੈ। ਭਾਸ਼ਾ ਦੀ ਪੂਰਨਤਾ ਲਈ ਜ਼ਰੂਰੀ ਹੈ। ਹੁਣ ਇਹਦੇ ਆਪਸ਼ਨ ਦੇਖ ਲਓ, ਮੌਖਿਕ ਧੁਨੀਆਤਮਕ, ਲਿਖਤ ਲਿਪੀਬੋਧ, ਮੌਖਿਕ ਵਾਚਨ, ਮੌਖਿਕ ਲਿਪੀਬੋਧ। ਸੋ ਇਹਦੇ ਵਿੱਚ ਦੇਖ ਲਓ ਇੱਕ ਹੁਣ ਮੈਂ ਇੱਥੇ ਪਹਿਲਾ ਆਪਸ਼ਨ ਦਿੱਤਾ ਵੀ ਭਾਸ਼ਾ ਦੀ ਪੂਰਨਤਾ ਲਈ ਜ਼ਰੂਰੀ ਹੈ। ਮਤਲਬ ਇੱਕ ਇਹਨਾਂ 4 ਆਪਸ਼ਨਾਂ ਤੋਂ ਇਹ ਤਾਂ ਪਤਾ ਲੱਗਦਾ ਵੀ 2 ਹੈ ਵੀ ਆਪਸ਼ਨ ਦੇ ਵਿੱਚ, ਕਿਉਂਕਿ ਚਾਰਾਂ ਦੇ ਵਿੱਚ ਦੋ ਗੱਲਾਂ ਦਿੱਤੀਆਂ। ਇਹਦਾ ਮਤਲਬ ਵੀ ਉੱਤਰ ਦੇ ਵਿੱਚ ਤਾਂ ਭਾਸ਼ਾ ਦੀ ਪੂਰਨਤਾ ਵਾਸਤੇ 2 ਗੱਲਾਂ ਜ਼ਰੂਰੀ ਹੈ। 2 ਗੱਲਾਂ ਉਹ ਛੱਡਣੀਆਂ ਆਪਾਂ। ਮੌਖਿਕ ਧੁਨੀਆਤਮਕ ਇਹ ਤਾਂ ਬਈ ਸੇਮ ਹੀ ਹੋ ਗਏ। ਮੌਖਿਕ ਰੂਪ ਨੂੰ ਹੀ ਧੁਨੀਆਤਮਕ ਕਿਹਾ ਜਾਂਦਾ ਹੈ, ਇਸ ਕਰਕੇ ਤਾਂ ਕੱਟ ਗਿਆ। ਲਿਖਤ ਲਿਪੀਬੋਧ ਇਹ ਵੀ ਸੇਮ ਹੀ ਹੈ ਦੋਨੇ।
ਇਹ ਵੀ ਕੱਟ ਗਿਆ। ਅੱਡ ਅੱਡ ਵੀ ਤਾਂ ਹੋਣੇ ਚਾਹੀਦੇ ਆ ਨਾ। ਭਾਸ਼ਾ ਦੀ ਪੂਰਨਤਾ ਵਾਸਤੇ ਜਿਹੜੇ ਦੋ ਰੂਪ ਹੈ ਉਹ ਅੱਡ ਅੱਡ ਹੈ ਨਾ, ਅੱਡ ਅੱਡ ਚਾਹੀਦੇ ਆਪਾਂ ਨੂੰ। ਉਸ ਤੋਂ ਬਾਅਦ ਮੌਖਿਕ ਵਾਚਨ, ਅੱਛਾ ਇਹਦੇ ਤੇ ਥੋੜੀ ਵਿਚਾਰ ਕਰਦੇ ਆ। ਉਸ ਤੋਂ ਥੱਲੇ ਲਿਖਿਆ ਮੌਖਿਕ ਲਿਪੀਬੱਧ। ਤੁਹਾਡਾ ਉੱਤਰ ਹੈ ਜਿਹੜਾ ਡੀ ਨੰਬਰ ਆਪਸ਼ਨ ਸਹੀ ਹੈ। ਭਾਸ਼ਾ ਦੀ ਪੂਰਨਤਾ ਵਾਸਤੇ ਭਾਸ਼ਾ ਦੇ ਦੋਨੋਂ ਰੂਪਾਂ ਦਾ ਹੋਣਾ ਜ਼ਰੂਰੀ ਹੈ, ਮੌਖਿਕ ਵੀ ਤੇ ਲਿਖਿਤ ਭਾਵ ਲਿਪੀਬੱਧ ਰੂਪ ਵੀ। ਠੀਕ ਹੈ, ਇਹ ਯਾਦ ਰੱਖਣਾ ਤੁਸੀਂ। ਉਸ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈਗਾ ਵੀ ਭਾਸ਼ਾ ਸੰਬੰਧੀ ਗਲਤ ਕਥਨ ਚੁਣੋ। ਭਾਸ਼ਾ ਸੰਬੰਧੀ ਗਲਤ ਕਥਨ ਚੁਣਨਾ ਹੈ ਤੁਸੀਂ। ਇਹ ਸਾਰੀ ਦੀ ਸਾਰੀ ਥਿਉਰੀ ਹੈ ਜਿਹੜੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਥਿਉਰੀ ਯਾਦ ਹੈ, ਬਸ ਸਮਝੋ, ਕੋਈ ਦਿੱਕਤ ਨਹੀਂ। ਹੁਣ ਦੇਖੋ ਕੀ ਹੈ। ਪਹਿਲਾ ਆਪਸ਼ਨ, ਮੌਖਿਕ ਭਾਸ਼ਾ ਵਿੱਚ ਵਿਆਕਰਨ ਨਿਯਮਾਂ ਦਾ ਖਿਆਲ ਰੱਖਿਆ ਜਾਂਦਾ ਹੈ। ਵਿਆਕਰਨ ਦਾ ਸੰਬੰਧ ਭਾਸ਼ਾ ਦੇ ਦੋਹਾਂ ਰੂਪਾਂ ਨਾਲ ਹੈ। ਮੌਖਿਕ ਭਾਸ਼ਾ ਦੇ ਨਿਯਮ ਕੱਚੇ ਹੁੰਦੇ ਹਨ। ਤੇ ਡੀ ਨੰਬਰ ਆਪਸ਼ਨ ਹੈ ਲਿਖਤ ਰੂਪ ਹੈ ਜਿਹੜਾ ਇਹ ਸਥਾਈ ਰੂਪ ਹੈ। ਇਹਦੇ ਵਿੱਚੋਂ ਆਪਾਂ ਗਲਤ ਕਥਨ ਚੁਣਨਾ। ਪਹਿਲਾ ਜਿਹੜਾ ਹੈਗਾ ਮੌਖਿਕ ਭਾਸ਼ਾ ਵਿੱਚ ਵਿਆਕਰਨ ਨਿਯਮਾਂ ਦਾ ਖਿਆਲ ਰੱਖਿਆ ਜਾਂਦਾ ਹੈ। ਕੀ ਹੈ ਵੀ ਮੌਖਿਕ ਭਾਸ਼ਾ ਜਦੋਂ ਆਪਾਂ ਬੋਲਚਾਲ ਵਿੱਚ ਜਿਹੜੀ ਆਪਾਂ ਭਾਸ਼ਾ ਵਰਤਦੇ ਆ ਮੌਖਿਕ ਰੂਪ ਵਿੱਚ, ਕੀ ਆਪਾਂ ਵਿਆਕਰਨ ਨਿਯਮਾਂ ਦਾ ਖਿਆਲ ਰੱਖਦੇ ਹਾਂ? ਕਾਮਨ ਸੈਂਸ ਆ ਵੀ ਆਪਾਂ ਵਿਆਕਰਨ ਨਿਯਮਾਂ ਦਾ ਖਿਆਲ ਨਹੀਂ ਰੱਖਦੇ। ਇਸ ਕਰਕੇ ਆ ਪਹਿਲਾ ਆਪਸ਼ਨ ਹੀ ਤੁਹਾਡਾ ਸਹੀ ਹੈ, ਮਤਲਬ ਇਹ ਗਲਤ ਹੈ। ਇਹਦੀ ਜਿਹੜੀ ਕੋਟੇਸ਼ਨ ਦੇ ਰੱਖੀ ਹੈ ਗਲਤ ਹੈ, ਮਤਲਬ ਇਹ ਆਪਸ਼ਨ ਤੁਹਾਡਾ ਸਹੀ ਹੈ। ਤੀਜੇ ਨੰਬਰ ਦਾ ਸਹੀ ਉੱਤਰ ਹੈ ਜਿਹੜਾ ਉਹ ਹੈਗਾ ਆਪਸ਼ਨ ਨੰਬਰ ਏ। ਦੂਜੇ ਵੀ ਤਾਂ ਦੇਖ ਲਈਏ। ਵਿਆਕਰਨ ਦਾ ਸੰਬੰਧ ਭਾਸ਼ਾ ਦੇ ਦੋਹਾਂ ਰੂਪਾਂ ਨਾਲ ਹੈ। ਭਾਸ਼ਾ ਦੇ ਦੋ ਰੂਪ, ਇੱਕ ਮੌਖਿਕ ਇੱਕ ਲਿਖਤ। ਵਿਆਕਰਨ ਦਾ ਸੰਬੰਧ ਦੋਹਾਂ ਦੇ ਨਾਲ ਹੈ। ਐਵੇਂ ਪ੍ਰਸ਼ਨ ਬਣ ਜੇ ਕੁਦਰਤੀ ਵੀ ਵਿਆਕਰਨ ਦਾ ਸੰਬੰਧ ਸਿਰਫ ਭਾਸ਼ਾ ਦੇ ਸਿਰਫ ਲਿਖਤ ਰੂਪ ਨਾਲ ਹੀ ਹੈ, ਨਹੀਂਗਾ। ਧਿਆਨ ਰੱਖਣਾ ਮੌਖਿਕ ਅਤੇ ਲਿਖਤ ਦੋਹਾਂ ਦੇ ਨਾਲ ਹੈ। ਠੀਕ ਹੈ, ਪਰ ਇੰਨਾ ਹੈ ਵੀ ਜਦੋਂ ਆਪਾਂ ਮੌਖਿਕ ਭਾਸ਼ਾ ਵਿੱਚ ਵਿਆਕਰਨ ਨਿਯਮਾਂ ਦਾ ਖਿਆਲ ਨਹੀਂ ਰੱਖਦੇਗੇ, ਬਸ ਇੰਨਾ ਹੀ ਹੈ, ਇੰਨੀ ਗੱਲ ਹੀ ਹੈ। ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਅੱਗੇ ਮੌਖਿਕ ਭਾਸ਼ਾ ਦੇ ਨਿਯਮ ਕੱਚੇ ਹੁੰਦੇ ਹਨ। ਬਿਲਕੁਲ, ਮੌਖਿਕ ਭਾਸ਼ਾ ਦੇ ਨਿਯਮਾਂ ਨੂੰ ਤਾਂ ਆਪਾਂ ਆਪਣੇ ਅਨੁਸਾਰ ਢਾਲ ਲੈਂਦੇ ਹਾਂ। ਲਿਖਤ ਭਾਸ਼ਾ ਦੇ ਨਿਯਮ ਆ ਜਿਹੜੇ ਉਹ ਪੱਕੇ ਹੁੰਦੇ ਆ। ਮੌਖਿਕ ਦੇ ਕੱਚੇ, ਲਿਖਤ ਦੇ ਪੱਕੇ। ਲਿਖਤ ਰੂਪ ਸਥਾਈ ਰੂਪ ਹੈ, ਬਿਲਕੁਲ ਹੈ। ਭਾਸ਼ਾ ਦਾ ਲਿਖਤ ਜਾਂ ਲਿਪੀਬੱਧ ਰੂਪ ਹੈ ਉਹ ਉਹਨੂੰ ਸਥਾਈਕਰਨ ਪ੍ਰਦਾਨ ਕਰਦਾ, ਸਥਾਈ ਹੈ। ਤੇ ਭਾਸ਼ਾ ਦਾ ਮੌਖਿਕ ਰੂਪ ਹੈ ਜਿਹੜਾ ਇਹ ਅਸਥਾਈ ਹੈ। ਠੀਕ ਹੈ ਬਈ, ਗੱਲ ਯਾਦ ਰੱਖਣੀ ਹੈ, ਥਿਉਰੀ ਵੀ ਨਾਲ ਯਾਦ ਰੱਖਣੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ। ਕਿਸੇ ਭਾਸ਼ਾ ਪਰਿਵਾਰ ਦੀ ਮੁੱਢਲੀ ਜਨਮਦਾਤੀ ਹੁੰਦੀ ਹੈ। ਹਾਂ ਬਈ, ਕੋਈ ਭਾਸ਼ਾ ਪਰਿਵਾਰ ਆ ਉਹਦੇ ਵਿੱਚੋਂ ਭਾਸ਼ਾ ਜਿਹੜੀ ਮੂਲ ਭਾਸ਼ਾ ਜਿਹਨੂੰ ਆਪਾਂ ਕਹਿ ਦਿੰਦੇ ਮੁੱਢਲੀ ਜਨਮਦਾਤੀ, ਦੱਸ ਹੀ ਦਿੱਤਾ ਮੈਨੂੰ ਲੱਗਦਾ ਮੈਂ ਉੱਤਰ ਇਹਦਾ। ਹਾਂ, ਆ ਲੈ ਮੂਲ ਭਾਸ਼ਾ। ਠੀਕ ਹੈ ਬਾਈ, ਇਹ ਕਿਸੇ ਭਾਸ਼ਾ ਪਰਿਵਾਰ ਦੀ ਮੁੱਢਲੀ ਜਨਮਦਾਤੀ। ਜਿਵੇਂ ਪੰਜਾਬੀ ਭਾਸ਼ਾ ਪਰਿਵਾਰ ਦੀ ਜੇ ਆਪਾਂ ਗੱਲ ਕਰੀਏ ਤੇ ਪੰਜਾਬੀ ਭਾਸ਼ਾ ਪਰਿਵਾਰ ਦੀ ਆਪਾਂ ਮੁੱਢਲੀ ਜਨਮਦਾਤੀ ਨੂੰ ਉੱਤੇ ਸੰਸਕ੍ਰਿਤ ਹੈ, ਜਿਵੇਂ ਹੈ ਨਾ, ਸੰਸਕ੍ਰਿਤ ਵੈਦਿਕ ਸੰਸਕ੍ਰਿਤ ਹੈ। ਪੰਜਾਬੀ ਭਾਸ਼ਾ ਪਰਿਵਾਰ ਦੀ ਮੁੱਢਲੀ ਜਨਮਦਾਤੀ ਸੰਸਕ੍ਰਿਤ ਹੈ, ਮਤਲਬ ਸੰਸਕ੍ਰਿਤ ਮੂਲ ਭਾਸ਼ਾ ਹੈ ਨਾ। ਸੋ ਇਹਦਾ ਸਹੀ ਉੱਤਰ ਹੈ ਜਿਹੜਾ ਮੂਲ ਭਾਸ਼ਾ। ਕਿਸੇ ਭਾਸ਼ਾ ਪਰਿਵਾਰ ਦੀ, ਕਿਸੇ ਵੀ, ਇਕੱਲੀ ਪੰਜਾਬੀ ਨਹੀਂ, ਕਿਸੇ ਵੀ ਭਾਸ਼ਾ ਦੀ ਕੋਈ ਵੀ ਭਾਸ਼ਾ ਪਰਿਵਾਰ ਆਪਾਂ ਵੇਖੀਏ ਵੀ ਇਹ ਭਾਸ਼ਾ ਦਾ ਜਨਮ ਹੈ ਜਿਹੜਾ ਇਹ ਭਾਸ਼ਾ ਕਿੱਥੋਂ ਪੈਦਾ ਹੁੰਦੀ ਹੈ, ਇਸ ਭਾਸ਼ਾ ਦਾ ਸਰੋਤ ਕਿਹੜੀ ਭਾਸ਼ਾ, ਮੂਲ ਸਰੋਤ, ਤਾਂ ਉਹ ਆਪਾਂ ਨੂੰ ਮੂਲ ਭਾਸ਼ਾ ਹੀ ਲੱਭੂਗੀ ਜਾ ਕੇ। ਠੀਕ ਹੈ ਬਾਈ। ਉਸ ਤੋਂ ਬਾਅਦ ਇੱਕ ਮਾਤ ਭਾਸ਼ਾ ਹੁੰਦੀ ਹੈ, ਇੱਕ ਟਕਸਾਲੀ ਹੁੰਦੀ ਹੈ, ਇੱਕ ਰਾਜ ਭਾਸ਼ਾ ਹੁੰਦੀ ਹੈ। ਇਹ ਵੀ ਤੁਸੀਂ ਨਾਲ ਪੜ੍ਹ ਲੈਣੀ ਹੈ। ਠੀਕ ਹੈ। ਉਸ ਤੋਂ ਬਾਅਦ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਜੀ। ਭਾਸ਼ਾ ਦਾ ਸਮਾਜਿਕ ਆਧਾਰ ਹੈ। ਬੜਾ ਵਧੀਆ ਪ੍ਰਸ਼ਨ ਹੈ। ਹੁਣ ਦੇਖਿਓ ਤੁਸੀਂ, ਬੜਾ ਕੁਝ ਕਲੀਅਰ ਹੋਣਾ ਤੁਹਾਡਾ। ਭਾਸ਼ਾ ਦਾ ਸਮਾਜਿਕ ਆਧਾਰ ਹੈ ਧੁਨੀਆਂ, ਧੁਨੀਆਂ ਦਾ ਆਦਾਨ ਪ੍ਰਦਾਨ, ਵਿਚਾਰ, ਵਿਚਾਰਾਂ ਦਾ ਆਦਾਨ ਪ੍ਰਦਾਨ। ਠੀਕ ਹੈ। ਭਾਸ਼ਾ ਦਾ ਸਮਾਜਿਕ ਆਧਾਰ, ਦੇਖੋ ਭਾਸ਼ਾ ਦੇ ਹੁੰਦੇ ਆ ਤਿੰਨ ਆਧਾਰ। ਇੱਕ ਹੁੰਦਾ ਭੌਤਿਕ ਆਧਾਰ, ਇੱਕ ਹੁੰਦਾ ਮਾਨਸਿਕ ਆਧਾਰ ਤੇ ਇੱਕ ਹੁੰਦਾ ਸਮਾਜਿਕ ਆਧਾਰ। ਅੱਡ ਅੱਡ ਹੈ। ਠੀਕ ਹੈ। ਭਾਸ਼ਾ ਦਾ ਭੌਤਿਕ ਆਧਾਰ ਤਾਂ ਹੈਗੀਆਂ ਧੁਨੀਆਂ, ਧੁਨੀਆਂ ਹੈਗੀਆਂ ਭਾਸ਼ਾ ਦਾ ਭੌਤਿਕ ਆਧਾਰ। ਠੀਕ ਹੈ। ਇਹਦਾ ਮਤਲਬ ਵੀ ਆ ਤਾਂ ਕੱਟ ਗਿਆ ਆਪਸ਼ਨ। ਭਾਸ਼ਾ ਦਾ ਸਮਾਜਿਕ ਆਧਾਰ ਪੁੱਛਿਆ, ਧੁਨੀਆਂ ਤਾਂ ਭਾਸ਼ਾ ਦਾ ਮੌਖਿਕ ਆਧਾਰ ਹੈ, ਇੱਕ ਆਪਸ਼ਨ ਕੱਟ ਗਿਆ। ਧੁਨੀਆਂ ਦਾ ਆਦਾਨ ਪ੍ਰਦਾਨ, ਇਹ ਤਾਂ ਕੋਈ ਆਪਣਾ ਆਪਸ਼ਨ ਨਹੀਂ। ਧੁਨੀਆਂ ਦਾ ਆਦਾਨ ਪ੍ਰਦਾਨ ਇਹ ਤਾਂ ਹੋ ਗਿਆ ਜੀ। ਠੀਕ ਹੈ। ਉਸ ਤੋਂ ਬਾਅਦ ਆ ਗਿਆ ਵਿਚਾਰ। ਵਿਚਾਰ ਹੈ ਜਿਹੜੇ ਇਹ ਹੈਗੇ ਆ ਜੀ ਭਾਸ਼ਾ ਦਾ ਮਾਨਸਿਕ ਆਧਾਰ। ਇੱਥੇ ਤੁਸੀਂ ਇੱਕ ਗੱਲ ਯਾਦ ਰੱਖਣੀ ਹੈ, ਇੱਥੇ ਕਨਫਿਊਜ਼ ਨਾ ਹੋ ਜਿਓ ਕਿਤੇ। ਵਿਚਾਰ ਹੈ ਜਿਹੜੀ ਉਹ ਭਾਸ਼ਾ ਦਾ ਮਾਨਸਿਕ ਆਧਾਰ ਹੈ। ਵਿਚਾਰ ਅਤੇ ਭਾਵ ਦੋ ਹੈ। ਵਿਚਾਰ ਅਤੇ ਭਾਵ ਇਹਨਾਂ ਦੋਨਾਂ ਨੂੰ ਭਾਸ਼ਾ ਦਾ ਮਾਨਸਿਕ ਆਧਾਰ ਕਿਹਾ ਜਾਂਦਾ ਹੈ।
ਭਾਸ਼ਾ ਦਾ ਸਮਾਜਿਕ ਆਧਾਰ ਇਹਨਾਂ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ, ਜਿਹਨੂੰ ਆਪਾਂ ਸੰਪ੍ਰੇਖਣ ਕਮਿਊਨੀਕੇਸ਼ਨ ਕਹਿ ਦਿੰਦੇ ਹਾਂ। ਤੁਸੀਂ ਯਾਦ ਰੱਖਣਾ ਹੈ ਵੀ ਭਾਸ਼ਾ ਦਾ ਸਮਾਜਿਕ ਆਧਾਰ ਹੈ ਜਿਹੜਾ, ਉਹ ਵਿਚਾਰ ਨਹੀਂ ਗੇ, ਵਿਚਾਰਾਂ ਦਾ ਆਦਾਨ ਪ੍ਰਦਾਨ ਹੈ। ਇੱਥੇ ਭੁਲੇਖਾ ਨਹੀਂ ਖਾ ਜਾਣਾ, ਤੁਹਾਨੂੰ ਪਤਾ ਹੋਣਾ ਚਾਹੀਦਾ ਭਾਸ਼ਾ ਦਾ ਭੌਤਿਕ ਆਧਾਰ ਧੁਨੀ ਹੈ, ਭਾਸ਼ਾ ਦਾ ਮਾਨਸਿਕ ਆਧਾਰ ਵਿਚਾਰ ਹੈ, ਤੇ ਭਾਸ਼ਾ ਦਾ ਸਮਾਜਿਕ ਆਧਾਰ ਉਹਨਾਂ ਵਿਚਾਰਾਂ ਦਾ, ਭਾਵਾਂ ਦਾ ਆਦਾਨ ਪ੍ਰਦਾਨ ਹੈ। ਠੀਕ ਹੈ ਬਾਈ। ਸਮਾਜ ਦੇ ਵਿੱਚ ਜਿਹੜਾ ਆਪਾਂ ਕਮਿਊਨੀਕੇਟ ਕਰਦੇ ਹਾਂ ਉਹਨੂੰ ਕਿਹਾ ਜਾਂਦਾ ਹੈ ਵਿਚਾਰਾਂ ਦਾ ਆਦਾਨ ਪ੍ਰਦਾਨ। ਅਗਲਾ ਪ੍ਰਸ਼ਨ ਹੈ, ਭਾਸ਼ਾ ਸੱਭਿਅਤਾ ਦੀ ਕਹਾਣੀ ਹੈ, ਉਪਰੋਕਤ ਕਥਨ ਕਿਸ ਵਿਦਵਾਨ ਦਾ ਹੈ? ਮੇਰੀਓਪੇਈ, ਹਾਕੇਟ ਹੈ ਬਈ, ਇਹਦਾ ਨਾਮ ਹਾਕੇਟ ਹੈ। ਠੀਕ ਹੈ, ਹਾਕੇਟ, ਬੈਨ ਜਾਨਸਨ ਤੇ ਜਾਂ ਜੁੰਗ ਹੈ। ਠੀਕ ਹੈ ਬਾਈ, ਇਹ 4 ਆਪਸ਼ਨ ਤੁਹਾਨੂੰ ਦਿੱਤੇ ਆ। ਭਾਸ਼ਾ ਸੱਭਿਅਤਾ ਦੀ ਕਹਾਣੀ ਹੈ, ਇਹ ਆ ਜਿਹੜੀ ਇਹ ਪਰਿਭਾਸ਼ਾ ਜਿਹੜੀ ਇਹ ਕਥਨ ਹੈ ਜਿਹੜਾ, ਇਹ ਕਿਹੜੇ ਵਿਦਵਾਨ ਦਾ ਹੈ? ਇੱਕ ਤੁਸੀਂ ਇਹ ਵੀ ਸੁਣਦੇ ਹੋ, ਭਾਸ਼ਾ ਦੀ ਕਹਾਣੀ ਸੱਭਿਅਤਾ ਦੀ ਕਹਾਣੀ ਹੈ, ਪਰ ਇੱਥੇ ਪੁੱਛਿਆ ਉਹਨੇ ਭਾਸ਼ਾ ਸੱਭਿਅਤਾ ਦੀ ਕਹਾਣੀ ਹੈ। 2 ਪ੍ਰਕਾਰ ਦੀਆਂ ਪਰਿਭਾਸ਼ਾਵਾਂ, ਦੋਨੇ ਅਲੱਗ-ਅਲੱਗ ਵਿਦਵਾਨਾਂ ਦੀਆਂ। ਸੁਣ ਲਓ ਦੁਬਾਰੇ ਫਿਰ, ਭਾਸ਼ਾ ਦੀ ਕਹਾਣੀ ਸੱਭਿਅਤਾ ਦੀ ਕਹਾਣੀ ਹੈ, ਤੇ ਆਹ ਜਿਹੜਾ ਲਿਖਿਆ ਹੋਇਆ ਇਹ ਹੈਗਾ ਭਾਸ਼ਾ ਸੱਭਿਅਤਾ ਦੀ ਕਹਾਣੀ। ਇਹ ਜਿਹੜਾ ਸਹੀ ਆਪਸ਼ਨ ਹੈ ਤੁਹਾਡਾ ਇਹ ਹੈਗਾ ਜੀ ਬੈਨ ਜੌਨਸਨ ਨੇ ਇਹ ਪਰਿਭਾਸ਼ਾ ਦਿੱਤੀ ਹੈ। 6 ਨੰਬਰ ਜਿਹੜਾ ਤੁਹਾਡਾ ਪ੍ਰਸ਼ਨ ਹੈ ਇਹਦਾ ਸਹੀ ਉੱਤਰ ਆ ਜਿਹੜਾ ਸੀ ਨੰਬਰ ਹੈਗਾ, ਜਿਹੜਾ ਆਪਸ਼ਨ ਬੈਨ ਜੌਨਸਨ। ਤੇ ਜਿਹੜੀ ਹੈਗੀ ਆ ਜਿਹੜੀ ਪਰਿਭਾਸ਼ਾ ਹੈਗੀ ਆ ਭਾਸ਼ਾ ਦੀ ਕਹਾਣੀ ਸੱਭਿਅਤਾ ਦੀ ਕਹਾਣੀ ਹੈ, ਇਹ ਪਰਿਭਾਸ਼ਾ ਦਿੱਤੀ ਹੈ ਜੀ ਮੇਰੀਓਪੇਈ ਨੇ। ਠੀਕ ਹੈ ਬਾਈ। ਅੱਛਾ, ਮੈਂ ਇੱਕ ਗੱਲ ਸੋਚਦਾ ਵੀ ਇਹ ਹੈ ਨਾ, ਉਵੇਂ ਤਾਂ ਚੱਲ ਨਾਮ ਇਹਦਾ ਸੋਹਣਾ ਹੈ ਨਾ, ਪੰਜਾਬੀ 'ਚ ਐ ਨਹੀਂ ਲੱਗਦਾ ਜਿਵੇਂ ਹੁੰਦਾ ਮੇਰਾ ਪਿਓ ਹੈ ਨਾ। ਮੈਂ ਸੋਚੀ ਮੈਂ ਕਿਹਾ ਦੇਖ ਕਿਵੇਂ ਮੇਰੀਓਪੇਈ, ਆਪਾਂ ਕਾਹਲ ਦੇ ਵਿੱਚ ਕੀ ਹੋ ਸਕਦਾ ਕਹਿ ਵੀ ਜਾਈਏ ਵੀ ਆਹ ਭਾਸ਼ਾ ਦੀ ਕਹਾਣੀ ਸੱਭਿਅਤਾ ਦੀ ਕਹਾਣੀ ਇਹ ਪਰਿਭਾਸ਼ਾ ਮੇਰੇ ਪਿਓ ਨੇ ਦਿੱਤੀ ਹੈ ਬਾਈ। ਠੀਕ ਹੈ, ਹਾਂ ਹੁਣ ਤੁਹਾਨੂੰ ਯਾਦ ਵੀ ਰਹਿ ਜੂਗਾ। ਠੀਕ ਹੈ ਬਾਈ। ਹਾਂ, ਅਗਲਾ ਪ੍ਰਸ਼ਨ ਦੇਵੀਓ ਔਰ ਸੱਜਣੋ, 7 ਨੰਬਰ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਰਿਹਾ। ਪੰਜਾਬ ਸ਼ਬਦ ਹੈ, ਪੰਜਾਬ ਸ਼ਬਦ ਹੈ। ਲਓ ਆ ਵੀ ਇੱਕ ਪ੍ਰਸ਼ਨ ਪਾਇਆ ਸੀ ਮੈਂ ਹੈ ਨਾ, ਇਹ ਕਨਫਿਊਜ਼ ਕਰਨ ਵਾਸਤੇ ਪਾਏ ਆ ਤੁਹਾਨੂੰ, ਹੋਰ ਕੋਈ ਮਤਲਬ ਨਹੀਂ ਵੀ ਤੁਸੀਂ ਚੱਜ ਨਾਲ ਥਿਓਰੀ ਨੂੰ ਪੜ੍ਹੋ। ਥਿਓਰੀ ਰੱਜ ਕੇ ਪੜ੍ਹਿਆ ਕਰੋ, ਤੁਸੀਂ ਜਿੰਨੀ ਪੜ੍ਹ ਸਕਦੇ ਹੋ ਥਿਓਰੀ ਉਨੀ ਪੜ੍ਹਿਆ ਕਰੋ। ਇਹਨਾਂ ਦਿਨਾਂ ਦੇ ਵਿੱਚ ਇੱਕ ਹੀ ਟਾਰਗੇਟ ਰੱਖਿਓ, ਵੱਧ ਤੋਂ ਵੱਧ ਥਿਓਰੀ ਪੜ੍ਹਿਓ। ਹਾਂ, ਲਾਸਟ ਵਾਲੇ ਕੋਈ 5 7 10 ਦਿਨ ਹੈ, ਉਦੋਂ ਥੋੜ੍ਹਾ ਬਹੁਤਾ ਜ਼ਿਆਦਾ ਅਭਿਆਸ ਕਰ ਲਿਓ, ਅਭਿਆਸ ਨਾਲ ਜਾਰੀ ਰੱਖਿਓ, ਪਰ ਅਭਿਆਸ ਦਾ ਸਥਾਨ ਦੂਜਾ ਰੱਖਿਓ। ਟੈਸਟ ਸੀਰੀਜ਼ ਕੋਈ ਵੀ ਕਿਤੋਂ ਵੀ ਕੋਈ ਪ੍ਰਸ਼ਨ, ਕਿਉਂਕਿ ਹੁਣ ਵਾਧੂ ਹੋਣਗੇ ਇਸ ਤਰ੍ਹਾਂ ਦੇ ਹੈ ਨਾ, ਵੀ ਜਿਹੜੇ ਤੁਹਾਨੂੰ ਬਹੁਤ ਪ੍ਰਸ਼ਨ ਮਿਲਣਗੇ, ਫਿਰ ਤੁਸੀਂ ਭੱਜ ਕੇ ਜਾਓਗੇ, ਉਹਦੇ ਕੋਲ ਚੱਲ ਗਏ, ਉਹਦੇ ਕੋਲ ਚੱਲ ਗਏ। ਜਾਓ, ਕੋਈ ਗੱਲ ਨਹੀਂ, ਤੇ ਕੋਈ ਗੱਲ ਨਹੀਂ, ਆਲ ਦਾ ਬੈਸਟ ਤੁਹਾਨੂੰ, ਵਧੀਆ ਤੁਹਾਡਾ ਪੇਪਰ ਹੋਵੇ। ਜਿੱਥੋਂ ਵੀ ਤੁਹਾਨੂੰ ਮਦਦ ਮਿਲਦੀ ਹੈ ਤੁਹਾਨੂੰ ਮਿਲਣੀ ਚਾਹੀਦੀ ਹੈ ਨਾ, ਪਰ ਇਸ ਗੱਲ ਦਾ ਤੁਸੀਂ ਧਿਆਨ ਵਿੱਚ ਰੱਖਣਾ, ਨਿਰਾ ਪੂਰਾ ਟੈਸਟ ਸੀਰੀਜ਼ 'ਤੇ ਡਿਪੈਂਡ ਨਾ ਹੋ ਜਿਓ, ਤੇ ਟੈਸਟ ਦੇ ਵਿੱਚੋਂ ਨੰਬਰ ਤੁਹਾਡੇ ਮੰਨ ਲਓ ਜ਼ਿਆਦਾ ਆ ਰਹੇ ਹੈ ਤੇ ਓਵਰ ਕੌਨਫੀਡੈਂਸ 'ਚ ਹੋ ਕੇ ਛਾਲਾ ਨਾ ਮਾਰਨ ਲੱਗ ਜਿਓ, ਇਹਦੇ ਤੋਂ ਵੀ ਧਿਆਨ ਰੱਖਿਓ। ਠੀਕ ਹੈ, ਲੋ ਕੌਨਫੀਡੈਂਸ ਵੀ ਨਹੀਂ ਹੋਣਾ, ਓਵਰ ਕੌਨਫੀਡੈਂਸ ਵੀ ਨਹੀਂ ਹੋਣਾ, ਆਪਣੇ ਆਪ ਨੂੰ ਮੇਨਟੇਨ ਰੱਖਣਾ। ਠੀਕ ਹੈ ਬਾਈ। ਹਾਂ, ਆਹ ਪ੍ਰਸ਼ਨ ਹੈ ਜਿਹੜਾ ਪੰਜਾਬ ਸ਼ਬਦ ਹੈ, ਮੂਲ ਹੈ, ਤਰਜਮਾ ਹੈ, ਦੇਸ਼ੀ ਹੈ, ਜਾਂ ਤਿੰਨਾਂ ਵਿੱਚੋਂ ਕੋਈ ਨਹੀਂ ਹੈ। ਠੀਕ ਹੈ, ਸੋ ਪੰਜਾਬ ਸ਼ਬਦ ਹੈ ਜਿਹੜਾ, ਇਹ ਦੇਖੋ ਮੂਲ ਸ਼ਬਦ ਤਾਂ ਨਹੀਂ ਗਾ। ਠੀਕ ਹੈ, ਮੂਲ ਸ਼ਬਦ ਦਾ ਮਤਲਬ ਕਿਸੇ ਮੂਲ ਭਾਸ਼ਾ ਦਾ ਹੋਵੇ ਜਿਵੇਂ ਹੈ ਨਾ, ਉਵੇਂ ਤਾਂ ਨਹੀਂ ਗਾ ਇਹ। ਠੀਕ ਹੈ, ਤਰਜਮਾ ਦੇਖਦੇ ਆ ਵੀ ਕੀ ਸ਼ਬਦ ਹੈ ਇਹ ਤਰਜਮਾ। ਦੇਸ਼ੀ, ਇਹ ਦੇਸ਼ੀ ਭਾਸ਼ਾ ਦਾ ਵੀ ਨਹੀਂ ਗਾ ਬਾਈ, ਇਹ ਵਿਦੇਸ਼ੀ ਭਾਸ਼ਾ ਦਾ। ਠੀਕ ਹੈ, ਤੇ ਇਸ ਕਰਕੇ ਮੂਲ ਤੇ ਦੇਸ਼ੀ ਇਹ ਤਾਂ ਕੱਟ ਗਏ, ਇਹਦਾ ਮਤਲਬ ਤਿੰਨਾਂ ਵਿੱਚੋਂ ਕੋਈ ਨਹੀਂ, ਇਹ ਆਪਸ਼ਨ ਤਾਂ ਕੱਟ ਗਿਆ। ਠੀਕ ਹੈ, ਤਿੰਨਾਂ ਵਿੱਚੋਂ ਕੋਈ ਨਹੀਂ, ਹਜੇ ਨਹੀਂ ਕੱਟਿਆ, ਅਜੇ ਤਰਜਮੇ ਤੇ ਗੱਲ ਕਰਦੇ ਹਾਂ। ਤਰਜਮਾ ਜਿਹਨੂੰ ਆਪਾਂ ਉਲੱਥਾ ਵੀ ਕਹਿ ਦਿੰਦੇ ਹਾਂ ਨਾ, ਉਲੱਥਾ ਕੀਤਾ ਗਿਆ ਹੈ, ਤਰਜਮਾ ਕੀਤਾ ਗਿਆ ਹੈ, ਜਿਹਨੂੰ ਆਪਾਂ ਅਨੁਵਾਦ ਵੀ ਕਹਿ ਦਿੰਦੇ ਹਾਂ। ਹਾਂ, ਤਰਜਮਾ ਅਨੁਵਾਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਹੁਣ ਪਤਾ ਲੱਗੂਗਾ ਤੁਹਾਨੂੰ ਵੀ ਤਰਜਮਾ ਕਿਹਨੂੰ ਕਹਿੰਦੇ ਆ। ਤਰਜਮਾ, ਉਲੱਥਾ, ਅਨੁਵਾਦ ਇਹ ਸਮਾਨਾਰਥੀ ਸ਼ਬਦ ਹੈ, ਮਤਲਬ ਅਨੁਵਾਦ ਨੂੰ ਹੀ ਉਲੱਥਾ, ਤਰਜਮਾ ਇਹ ਸ਼ਬਦ ਕਿਹਾ ਜਾਂਦਾ ਹੈ। ਅਨੁਵਾਦ ਜਿਵੇਂ ਆਪਾਂ ਕਿਸੇ ਅਦਰ ਭਾਸ਼ਾ 'ਚੋਂ ਪੰਜਾਬੀ ਭਾਸ਼ਾ ਦੇ ਵਿੱਚ ਲਿਖ ਦੇਣਾ ਕਿਸੇ ਗੱਲ ਨੂੰ, ਉਹਨੂੰ ਕਿਹਾ ਜਾਂਦਾ ਅਨੁਵਾਦ। ਅੰਗਰੇਜ਼ੀ ਤੋਂ ਪੰਜਾਬੀ ਵਿੱਚ ਲਿਖ ਦੇਣਾ ਉਹਨੂੰ ਅਨੁਵਾਦ ਕਿਹਾ ਜਾਂਦਾ, ਉਹਨੂੰ ਉਲੱਥਾ ਕਿਹਾ ਜਾਂਦਾ, ਉਹਨੂੰ ਤਰਜਮਾ ਕਿਹਾ ਜਾਂਦਾ। ਜਿਹੜਾ ਪੰਜਾਬ ਸ਼ਬਦ ਹੈ ਇਹ ਤਰਜਮਾ ਹੈ, ਇਹ ਇੱਕ ਉਲੱਥਾ ਕੀਤਾ ਗਿਆ ਹੈ ਫਾਰਸੀ ਤੋਂ ਪੰਜਾਬੀ ਵਿੱਚ, ਫਾਰਸੀ ਤੋਂ ਪੰਜਾਬੀ ਵਿੱਚ। ਠੀਕ ਹੈ ਬਾਈ, ਇਹ ਫਾਰਸੀ ਤੋਂ ਪੰਜਾਬੀ ਵਿੱਚ ਲਿਆ ਗਿਆ ਹੈ, ਕਿਉਂਕਿ ਇਹ ਹੈਗਾ 5 + ਆਬ, ਇਹਦੇ ਵਿੱਚ ਆਬ ਸ਼ਬਦ ਹੈ ਜਿਹੜਾ
ਪੰਜ ਪੰਜ ਫਾਰਸੀ ਦੇ ਵਿੱਚ ਵੀ ਪੰਜ ਹੀ ਹੁੰਦਾ। ਆਬ ਸ਼ਬਦ ਹੈ ਜਿਹੜਾ, ਇਹ ਫਾਰਸੀ ਦਾ ਸ਼ਬਦ ਹੈ। ਆਬ ਫਾਰਸੀ ਦਾ, ਜਿਹਦਾ ਅਰਥ ਹੁੰਦਾ ਹੈ ਪਾਣੀ। ਇਸ ਕਰਕੇ ਇਹ ਫਾਰਸੀ ਤੋਂ ਲਿਆ ਗਿਆ ਹੈ। ਇਹ ਤਰਜਮਾ ਹੈ, ਨਾ ਮੂਲ ਸ਼ਬਦ ਹੈ, ਨਾ ਇਹ ਦੇਸੀ ਹੈ। ठीक है, यह हैगा तर्जमा। ਇਹਦਾ सही उत्तर है आ लो हुण दुबारे देख लैंदे आ। पंजाब शब्द है जिहड़ा ये भाई तर्जमा किया गया है इस शब्द का। किहड़ी भाषा तो किहड़ी भाषा विच जी? फारसी तो पंजाबी विच किया गया है। ठीक है जी, याद रखियो, फारसी तो पंजाबी विच किया गया है। ठीक है भाई, क्लीयर होगी गल है ना। अगला प्रश्न देखते हैं 8 नंबर। किस विद्वान ने पंजाबी का निकास कैकई तो मन्निया है? किस विद्वान ने पंजाबी का निकास कैकई तो मन्निया है? देखो जी, पंजाबी के निकास दे विच जदों पंजाबी भाषा तो जस्ट पहला वाली जिहड़ी स्थिति हुंदी है वो हुंदी है अपभ्रंशां वाली। अपभ्रंशां वाली वो किहड़ी हुंदी है जी? अपभ्रंशां वाली। अपभ्रंशां वाली स्थिति है। तो 3 अपभ्रंशावां जिहड़ियां, 3 अपभ्रंश भाषावां जिहड़ियां वो मुख रूप में सामने आउंदियां। एक शोर सैनी, एक पिशाची, ते एक दा नाम है कैकई। ठीक है जी, कैकई दा नाम आया इत्थे। हुण शोर सैनी वाला सिद्धांत तां बई दिता ग्रीयरसन ने। ग्रीयरसन ने वो शोर सैनी वाला सिद्धांत, जिन्हों दुवंडी सिद्धांत, द्वैतवादी सिद्धांत है ना, दुपक्षता वाला सिद्धांत, दो वंडी द्वैतवाद, दुपक्षता नहीं, दुवंडी द्वैतवाद सिद्धांत भी कहा जाता। उस सिद्धांत दे विच उन्हें की कीता बई लैंदी पंजाबी नूं उन्हें की कीता जी पूर्वी पंजाबी तो अलग भाषा मान लिया। असल दे विच की है भी जिहड़ी पंजाबी मूल है, लैंदी पंजाबी एक उहदी उपभाषा ही है। ग्रीयरसन नूं इस गल का पता नहीं सी विचारे नूं, इस करके उन्हें की कीता सी जिहड़ा उत्तर आउंदा ना, जिहड़ा ग्रीयरसन वाला शोर सैनी का सिद्धांत है जिहड़ा, ये ग्रीयरसन ने दिता। उन्हें की लिखिया भी पंजाबी भाषा है जिहड़ी वो शोर सैनी तो पैदा हुई है। मतलब पंजाबी भाषा का निकास, निकास जिन्हों निकास शब्द है जिहड़ा पंजाबी भाषा का जिहड़ा निकास, निकासी है जिहड़ी वो शोर सैनी तो हुई है। बनारसी दास जैन साहब कहते ना जी पिशाची चो हुई है, ये कहता। ठीक है जी, उस तो बाद रह गया जी एक प्रेम प्रकाश सिंह। प्रेम प्रकाश सिंह कहता भी पंजाबी भाषा की निकासी ना शोर सैनी चो हुई है ना पिशाची चो हुई है, कहता जी कैकई तो हुई है। ठीक है भाई, सो ये कैकई अपभ्रंश का जिहड़ा सिद्धांत है ये प्रेम प्रकाश सिंह जी ने दिता। ये तुहाडा डी नंबर ऑप्शन सही हो चुका है। सो ठीक है जी, ये सही हो गया। अगला प्रश्न देखते हैं जी। अगला प्रश्न, लिपि बारे सही कथन चुनना है तुसी, है ना। लिपि बारे सही कथन चुनना है। इसका मतलब की है भी 3 कथन है जिहड़े वो गलत है तो एक भाई सही है। ठीक है, हुण आपां गल करते हैं। हाँ, सब तो पहली धुनी लिपि है, सब तो पहली लिपि है जिहड़ी वो धुनी लिपि सीगी। हर विकसित भाषा की अपनी लिपि नहीं हुंदी। सी नंबर ऑप्शन है लिपि भाषा के बोलचाली रूप में संभालती है। डी नंबर ऑप्शन लिपि भाषा के विकास बारे जानकारी नहीं दिंदी। सो ये बारे आपां सही कथन चुनना है। सब तो पहली धुनी लिपि है, नहीं गी जी, बिल्कुल भी नहीं गी। ऑप्शन तो गलत हो गया, मतलब ये गलत है। ये सब तो पहली लिपि है जिहड़ी वो धुनी लिपि नहीं सीगी भाई, इस करके आ गलत हो गया। ठीक है, हुण तुसीं लिपि बारे जदों जानकारी लैनी है, सारी गल है जिहड़ी अपनी बुक चों पढ़ लैनी है। इहदे विचों प्रश्न है जिहड़ा बनूगा जरूर कोई ना कोई। हर विकसित भाषा की अपनी लिपि नहीं हुंदी, नहीं क्यों नहीं हुंदी, हुंदी है। हर विकसित भाषा की अपनी लिपि हुंदी है। पंजाबी की अपनी लिपि है गुरमुखी, पंजाबी विकसित भाषा है। ठीक है, सो ये ऑप्शन भी कट गया, ये गलत है। आपां तां लिपि बारे सही कथन चुनना है। लिपि भाषा के बोलचाली रूप में संभालती है, बिल्कुल। भाषा के बोलचाली रूप में, भाषा का मतलब मौखिक रूप, बोलचाली मौखिक ध्वनियात्मक रूप में संभालता कौन है, उन्होंने स्थाई रूप कौन प्रदान करता है, लिपि करती है। ऑप्शन सही है तुहाडा। डी नंबर भी देख लो। लिपि भाषा के विकास बारे जानकारी नहीं दिंदी, क्यों नहीं दिंदी? लिपि भाषा के विकास बारे बिल्कुल जानकारी दिंदी है जी। सो ठीक है, सही गलत दे विच एक औखा जिहा प्रश्न मैं बनाया सीगा। इहदे विचों लिपि बारे सही कथन ये है कि लिपि भाषा के बोलचाली रूप नूं संभालदी है। सो ठीक है जी, ये प्रश्न भी तुसीं ध्यान च रखना है। अगला प्रश्न, भाषा विच दोपक्षता संबंधित है। भाषा विच दोपक्षता
ਜਦੋਂ ਆਪਾਂ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਇੱਕ ਵਿਸ਼ੇਸ਼ਤਾ ਆਪਾਂ ਪੜ੍ਹਦੇ ਹਾਂ ਦੋਪੱਖਤਾ। ਦੋਪੱਖਤਾ ਉਹ ਕਿਹੜੀ ਹੈ? ਭਾਸ਼ਾ ਦੇ ਵਿੱਚ ਕਿਹੜੀ ਦੋਪੱਖਤਾ ਹੈ? ਵਿਆਕਰਨਕ, ਧੁਨੀਆਤਮਕ, ਵਿਆਕਰਨਕ ਵਾਕਾਤਮਕ, ਧੁਨੀਆਤਮਕ ਵਾਕਾਤਮਕ, ਵਿਆਕਰਨਕ ਸ਼ਾਬਦਿਕ। ਸੋ ਇਹਦੇ ਵਿੱਚ ਭਾਸ਼ਾ ਦੇ ਵਿੱਚ ਜਿਹੜੀ ਦੋਪੱਖਤਾ ਹੁੰਦੀ ਹੈ ਉਹ ਤੁਹਾਡਾ ਪਹਿਲਾ ਨੰਬਰ ਆਪਸ਼ਨ ਹੈ ਜਿਹੜਾ ਵਿਆਕਰਨਕ ਧੁਨੀਆਤਮਕ। ਇਹਨੂੰ ਦੋਪੱਖਤਾ, ਭਾਸ਼ਾ ਵਿੱਚ ਦੋਪੱਖਤਾ ਦੀ ਜਦੋਂ ਵੀ ਗੱਲ ਆਊਗੀ ਦੋ ਗੱਲਾਂ ਤੁਸੀਂ ਯਾਦ ਰੱਖਣੀਆਂ, ਵਿਆਕਰਨ ਧੁਨੀਆਤਮਕ। ਭਾਸ਼ਾ ਦੇ ਦੋ ਪੱਖ ਹੈ, ਜਿਵੇਂ ਕਹਿੰਦਾ ਇੱਕ ਵਿਆਕਰਨ ਪੱਖ ਹੈ, ਇੱਕ ਧੁਨੀਆਤਮਕ ਪੱਖ ਹੈ। ਇੱਕ ਵਿਆਕਰਨ ਪੱਖ ਹੈ, ਇੱਕ ਧੁਨੀਆਤਮਕ ਪੱਖ ਹੈ। ਠੀਕ ਹੈ, ਗੱਲ ਕਲੀਅਰ ਹੋ ਗਈ, ਇਹ ਯਾਦ ਰੱਖਣਾ ਤੁਸੀਂ। ਅਗਲਾ ਪ੍ਰਸ਼ਨ ਦੇਖਦੇ ਹਾਂ 11 ਨੰਬਰ। ਭਾਸ਼ਾ ਦੇ ਜਨਮ ਸੰਬੰਧੀ ਅਧਿਆਤਮਕਵਾਦੀ ਸਿਧਾਂਤ ਹੈ। ਇਹਦੇ ਵਿੱਚੋਂ ਕਿਹੜਾ ਹੈ ਵੀ ਜਿਹੜਾ ਦੇਖੋ ਭਾਸ਼ਾ ਦੇ ਜਨਮ ਸੰਬੰਧੀ ਬਹੁਤ ਸਾਰੇ ਸਿਧਾਂਤ ਦਿੱਤੇ ਗਏ ਆ ਭਾਸ਼ਾ ਵਿਗਿਆਨੀਆਂ ਵੱਲੋਂ। ਇਹਦੇ ਵਿੱਚੋਂ ਤੁਸੀਂ ਉਹ ਦੇਖਣਾ ਵੀ ਜਿਹੜਾ ਅਧਿਆਤਮਕਵਾਦੀ ਸਿਧਾਂਤ ਕਿਹੜਾ ਹੈ। ਅਨੁਕਰਨ ਸਿਧਾਂਤ ਹੈ, ਸੰਗੀਤ ਸਿਧਾਂਤ ਹੈ, ਜਾਂ ਧਾਤੂ ਸਿਧਾਂਤ ਹੈ, ਜਾਂ ਦੈਵੀ ਸਿਧਾਂਤ ਹੈ। ਸੋ ਇਹਦੇ ਵਿੱਚ ਹੈ ਜਿਹੜਾ ਅਧਿਆਤਮਕਵਾਦ ਹੁੰਦਾ ਹੈ ਪਰਮਾਤਮਾ ਨਾਲ ਸੰਬੰਧਿਤ, ਉਹਨੂੰ ਕਿਹਾ ਜਾਂਦਾ ਹੈ ਅਧਿਆਤਮਕਵਾਦ। ਪਰਮਾਤਮਾ ਨਾਲ ਸੰਬੰਧਿਤ, ਰੱਬ ਨਾਲ ਸੰਬੰਧਿਤ। ਹੁਣ ਇਹਦੇ ਵਿੱਚੋਂ ਅਗਰ ਤੁਸੀਂ ਮੰਨ ਲਓ ਨਹੀਂ ਵੀ ਪੜ੍ਹਿਆ ਫਿਰ ਵੀ ਜੇ ਤੁਹਾਨੂੰ ਸ਼ਬਦ ਦਾ ਅਰਥ ਪਤਾ ਵੀ ਅਧਿਆਤਮਕ ਦਾ ਮਤਲਬ ਹੁੰਦਾ ਰੱਬ ਦੀ ਗੱਲ ਕਰਨੀ, ਰੱਬ ਦੇ ਗੁੱਝੇ ਭੇਦ ਨੂੰ ਲੱਭਣਾ, ਉਹਨੂੰ ਅਧਿਆਤਮਕਵਾਦ ਕਿਹਾ ਜਾਂਦਾ ਹੈ। ਤਾਂ ਇਹਦੇ ਵਿੱਚੋਂ ਅਨੁਕਰਨ ਤਾਂ ਨਹੀਂ ਬਣਦਾ, ਸੰਗੀਤ ਵੀ ਨਹੀਂ ਬਣਦਾ, ਧਾਤੂ ਵੀ ਨਹੀਂ ਬਣਦਾ, ਤੇ ਆਹ ਦੇਖੋ ਦੈਵੀ ਸਿਧਾਂਤ, ਦੈਵੀਏ ਸ਼ਕਤੀਆਂ, ਇਹ ਪਰਮਾਤਮਾ ਨਾਲ ਸੰਬੰਧਿਤ। ਠੀਕ ਹੈ ਬਾਈ, ਹੁਣ ਇਹ ਤੁਸੀਂ ਪੜ੍ਹ ਲਿਓ। ਭਾਸ਼ਾ ਦੇ ਜਨਮ ਸੰਬੰਧੀ ਜਿਹੜੇ ਸਿਧਾਂਤ ਦਿੱਤੇ ਆ ਹੈ ਨਾ, ਇਹ ਸਾਰੇ ਪੜ੍ਹ ਲੈਣੇ ਆ ਤੁਸੀਂ ਧਿਆਨ ਨਾਲ। ਇਹਦੇ ਵਿੱਚੋਂ ਵੀ ਪ੍ਰਸ਼ਨ ਬਣ ਸਕਦਾ, ਇਸ ਤਰ੍ਹਾਂ ਦਾ ਬਣੂਗਾ। ਹੁਣ ਆ ਗਿਆ ਜੀ ਬਿਆਸ ਅਤੇ ਰਾਵੀ ਦੇ ਵਿਚਕਾਰਲਾ ਇਲਾਕਾ ਹੈ। 12 ਨੰਬਰ ਪ੍ਰਸ਼ਨ ਹੈ ਜਿਹੜਾ ਉਹ ਹੈਗਾ ਜੀ, ਹਾਂ, ਬਿਆਸ ਅਤੇ ਰਾਵੀ ਦੇ ਵਿਚਕਾਰਲਾ ਇਲਾਕਾ ਕਿਹੜਾ ਬਈ? ਦੁਆਬਾ, ਮਾਝਾ, ਮਾਲਵਾ ਜਾਂ ਪੁਆਧ ਲਿਖਣਾ ਸੀ ਇੱਥੇ। ਤੁਆਬ ਪਤਾ ਨਹੀਂ ਕੀ ਲਿਖਿਆ ਗਿਆ। ਇਹ ਪੁਆਧ ਵਾਲਾ ਇਲਾਕਾ ਜਿਹੜਾ ਪੁਆਧ ਲਿਖਿਆ ਜਾਣਾ ਸੀਗਾ ਇੱਥੇ। ਹਾਂ, ਇਹ ਵੀ ਤੁਸੀਂ ਮਾੜਾ ਜਿਹਾ ਮੈਂ ਤੁਹਾਨੂੰ ਦੱਸਿਆ ਹੀ ਹੈ ਨਾ। ਮੰਨ ਲਓ ਤੁਸੀਂ ਐਪ ਦੇ ਵਿੱਚ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਕੋਈ ਪ੍ਰਸ਼ਨ, ਤਾਂ ਉਹ ਕੀ ਆ ਵੀ ਆਪਸ਼ਨ ਐਪ ਦੇ ਵਿੱਚ ਹੀ ਅੱਗੇ ਪਿੱਛੇ ਹੋ ਜਾਂਦੇ ਆ। ਇਹ ਮੈਨੂੰ ਪਤਾ ਸਾਰੀ ਗੱਲ ਦਾ ਵੀ, ਕਿਉਂਕਿ ਮੈਂ ਤਾਂ ਪੜ੍ਹਦਾ ਰਹਿਣਾ ਇਸ ਗੱਲ ਦਾ ਹਨ। ਇਸ ਕਰਕੇ ਤੁਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕਰਿਆ ਕਰੋ ਵੀ ਜਦੋਂ ਐਪ ਦੇ ਵਿੱਚ ਜਿਹੜੇ ਕਮੈਂਟਸ ਹਨ ਉਹ ਤੁਸੀਂ ਸਾਰੇ ਜਾਣੇ ਆਪਣੇ ਪੜ੍ਹ ਲਿਆ ਕਰੋ। ਮਤਲਬ ਐਵੇਂ ਇੱਕ ਪ੍ਰਸ਼ਨ ਨੂੰ ਵਾਰੀ ਨਾ ਕਰਿਆ ਕਰੋ, ਤੁਸੀਂ ਸਮਾਂ ਬਚਾਇਆ ਕਰੋ ਆਪਦਾ। ਠੀਕ ਹੈ, ਇੱਕ ਪ੍ਰਸ਼ਨ ਹੈ ਜਿਹੜਾ, ਜਿਵੇਂ ਮੰਨ ਲਓ ਤੁਹਾਨੂੰ ਪਤਾ ਹੈ ਬਈ ਸਰ ਨੇ ਐਪ ਦੇ ਵਿੱਚ ਇੱਕ ਪ੍ਰਸ਼ਨ ਦਾ ਉੱਤਰ ਉਹਦਾ ਦੇ ਦਿੱਤਾ ਹੈ, ਇਹਦਾ ਮਤਲਬ ਵੀ ਸਾਰਿਆਂ ਵਾਸਤੇ ਕਾਮਨ ਹੈ ਉਹ, ਹੈ ਨਾ। ਤੁਸੀਂ ਸਾਰੇ ਉਹਨੂੰ ਪੜ੍ਹ ਲਿਆ ਕਰੋ ਹਲਕਾ ਜਿਹਾ। ਉਹ ਵਾਰੀ ਨਾ ਐਵੇਂ ਵੀ ਉੱਧਰੋਂ ਵੇਖਿਆ ਫਿਰ ਭੱਜ ਕੇ ਐਵੇਂ ਨਾ ਕਰਿਆ ਕਰੋ, ਉਹਦੀ ਥਿਓਰੀ ਪੜ੍ਹ ਲਿਆ ਕਰੋ। ਤੁਹਾਨੂੰ ਪਤਾ ਲੱਗ ਹੀ ਗਿਆ ਵੀ ਇਹ ਆਪਸ਼ਨ ਗਲਤ ਹੈ ਬਈ, ਹੈ ਨਾ। ਇਸ ਕਰਕੇ ਤੁਸੀਂ ਇਹ ਨਾ ਚਿੰਤਾ ਕਰਿਆ ਕਰੋ। ਇਹ ਮੇਰੀ ਚਿੰਤਾ, ਦੇਖੋ ਬੋਰਡ ਕਾਹਦੇ ਵਾਸਤੇ ਲਾਇਆ ਮੈਂ, ਇਹ ਇਸੇ ਵਾਸਤੇ ਹੈ। ਮਤਲਬ ਕੀ ਹੈ ਵੀ ਆਪਣੀ ਤਿਆਰੀ ਹੈ ਜਿਹੜੀ ਉਹਨੂੰ ਜਗ ਜ਼ਾਹਰ ਨਾ ਕਰਿਆ ਕਰੋ। ਠੀਕ ਹੈ, ਇਹ ਹੈ ਜਿਹੜਾ ਇਹ ਤੁਸੀਂ ਇਸ਼ਕ ਅਤੇ ਪੜ੍ਹਾਈ ਹੈ ਜਿਹੜੀ ਇਹ ਬਈ ਚੁੱਪ ਚਪੀਤੇ ਕਰਨੀ ਚਾਹੀਦੀ ਹੈ। ਠੀਕ ਹੈ, ਮਤਲਬ ਕੀ ਹੈ ਵੀ ਪੜ੍ਹਾਈ ਇਸ਼ਕ ਮਤਲਬ ਕਿਤਾਬਾਂ ਨਾਲ ਇਸ਼ਕ ਦੀ ਗੱਲ ਕਰਦਾ ਮੈਂ। ਇਹ ਚੀਜ਼ਾਂ ਬਈ ਤੁਸੀਂ ਇਹ ਨਾ ਮਿਹਨਤ ਇਤਨੀ ਖਾਮੋਸ਼ੀ ਸੇ ਕਰੋ ਕਿ ਸਫਲਤਾ ਸ਼ੋਰ ਮਚਾ ਦੇ। ਕਿਸੇ ਨੇ ਐਵੇਂ ਨਹੀਂ ਕਹੀਗੀ ਇਹ ਗੱਲ, ਹੈ ਨਾ। ਤੁਸੀਂ ਇਹ ਗੱਲਾਂ ਥੋੜ੍ਹੀਆਂ ਜਿਹੀਆਂ ਧਿਆਨ 'ਚ ਰੱਖਿਆ ਕਰੋ। ਆਪਣੀ ਜਿਹੜੀ ਤੁਸੀਂ ਤਿਆਰੀ ਹੈ ਜਿਹੜੀ ਉਹਨੂੰ ਤੁਸੀਂ ਜ਼ਾਹਰ ਨਹੀਂ ਕਰਨਾ, ਕਿਤੇ ਵੀ ਮੈਸੇਜ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਇਸ ਤਰ੍ਹਾਂ ਦੀ। ਕੋਈ ਡਾਊਟ ਹੈ ਉਹ ਤੁਸੀਂ ਕਰਿਆ ਕਰੋ, ਕੋਈ ਦਿੱਕਤ ਨਹੀਂ। ਡਾਊਟ ਮੈਂ ਤੁਹਾਡੇ ਸਾਰੇ ਕਲੀਅਰ ਕਰ ਦੂੰਗਾ। ਠੀਕ ਹੈ, ਕੋਈ ਘਬਰਾਇਆ ਨਾ ਕਰੋ, ਇਹਨਾਂ ਚੀਜ਼ਾਂ ਨੂੰ ਚਿੰਤਾ ਨਾ ਕਰਿਆ ਕਰੋ। ਬਸ ਉਹ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ ਵੀ ਜਦੋਂ ਮੈਂ ਦੱਸਦਾ ਤੁਹਾਨੂੰ ਵੀ ਮੈਂ ਸਾਰੇ ਆਹ ਪ੍ਰਸ਼ਨ ਹੈ ਜਿਹੜੇ ਐਪ ਦੇ ਵਿੱਚ ਮੰਨ ਲਓ ਇੱਕ ਅੱਧਾ ਕੋਈ ਆਪਸ਼ਨ ਇੱਧਰ ਉੱਧਰ ਹੈ, ਉਹ ਮੈਂ ਆਪੇ ਸਹੀ ਕਰਵਾ ਦੂੰਗਾ। ਤੁਸੀਂ ਸਿਰਫ ਆਪਣੀ ਤਿਆਰੀ ਕਰਿਆ ਕਰੋ, ਰੱਜ ਕੇ ਥਿਓਰੀ ਪੜ੍ਹਿਆ ਕਰੋ। ਜਦੋਂ ਤੁਹਾਨੂੰ ਪ੍ਰਸ਼ਨ ਡਾਊਟਫੁਲ ਲੱਗੇ ਉਹਦੇ ਨਾਲ ਸੰਬੰਧਿਤ ਥਿਓਰੀ ਪੜ੍ਹ ਲਿਆ ਕਰੋ। ਮਤਲਬ ਆਪ ਦੀ ਜ਼ਿੰਮੇਵਾਰੀ ਨਾ ਪੜ੍ਹਿਆ ਕਰੋ। ਇਹ ਕਿਉਂਕਿ ਇਹੀ ਹੈ ਸਫਲਤਾ ਦਾ ਮੰਤਰ, ਇਹੀ ਹੈ ਇਸ ਮੌਕੇ ਸਕਸੈਸ ਹੋਣ ਦਾ ਮੰਤਰ ਹੀ ਇਹ ਹੈ ਬਈ ਜਿਵੇਂ ਮੰਨ ਲਓ ਤੁਹਾਨੂੰ ਜਿਹੜੇ ਪ੍ਰਸ਼ਨ 'ਚ ਡਾਊਟ ਲੱਗਿਆ ਉਹਦੀ ਥਿਓਰੀ ਤੁਸੀਂ ਆਪ ਜ਼ਿੰਮੇਵਾਰੀ ਦੇ ਨਾਲ ਪੜ੍ਹੋ। ਸਮਝ ਗਏ ਨਾ ਕਹਾਣੀ ਨੂੰ? ਇਹ ਗੱਲ ਯਾਦ ਰੱਖਿਓ, ਮੈਨੂੰ ਉਸ ਚੀਜ਼ ਨੂੰ ਤੁਸੀਂ ਸਾਰਵਜਨਿਕ ਨਹੀਂ ਕਰਨਾ ਗਾ, ਇਹ ਯਾਦ ਰੱਖਣੀ ਹੈ ਮੇਰੀ ਗੱਲ। ਠੀਕ ਹੈ ਬਈ? ਹਾਂ, ਇਹ ਪ੍ਰਸ਼ਨ ਤੁਹਾਡਾ ਜਿਹੜਾ ਇਹਦੇ ਵਿੱਚ ਬਿਆਸ ਅਤੇ ਰਾਵੀ ਦੇ ਵਿਚਕਾਰਲਾ ਇਲਾਕਾ ਹੈ ਜਿਹੜਾ, ਇਹ ਜਿਵੇਂ ਆਪਣੇ ਉਹ ਹੁੰਦਾ ਹੈ ਨਾ ਵੀ ਮਾਝੇ ਦੇ ਲੋਕ ਹੈ ਜਿਹੜੇ, ਇਹ ਤਾਂ ਬਈ ਰੱਬ ਹੈ, ਰ ਅਤੇ ਬ। ਠੀਕ ਹੈ ਬਾਈ, ਰੱਬ।
ਮਾਝੇ ਦੇ ਲੋਕ। ਠੀਕ ਹੈ, मतलब वैसे ही एक मजाक है, ट्रिक है, एक मजाक नहीं मतलब एक ट्रिक है, मतलब है ना। पहले पहले अखर लैके रै ते बै मतलब रब है माझे दे लोग। सो माझा मतलब ਇਹਦਾ ਉੱਤਰ ਇੱਕ ट्रिक नाल बस रावी ते ब्यास है ना। तो ये तुसीं थोड़ा जिहा याद रखना है। उस तो बाद आ दुआबे वाला तुसीं याद रखना है भी ये किहड़े हैगे अपने किहड़ियां नदियां दे विचकार पैंदा दुआबे वाला है ना। ये तुसीं दो ही ज़्यादा ध्यान च रखने, इन्हां नूं तुसीं क्लीयर कर लेना। उस तो बाद चलते हैं जी अगले प्रश्न ते। अगला प्रश्न आप एक बार लभ ला, मैं हार आ देखो क्या बात है। अगला प्रश्न है भी गैल लवे बांसण आदि शब्द किस उपभाषा नाल संबंधित हैं। ठीक है भाई, गैल लवे बांसण ये शब्द है ना जिहड़े हुण तुसीं ये ध्यान च रखना है। देखो उपबोलियां वाली मैं क्लास पाई है कि एक ऐप दे विच मैनूं लगदा उपबोलियां वाली जिहड़ियां हैगियां ना कुछ महत्वपूर्ण टॉपिक दे विच ऐप दे विच, ते वो क्लास है जिहड़ी देखो मैं एवें नहीं भी मैं बहुत सारे एडा वड्डा कराता जो सैकेंड ग्रेड फस्ट ग्रेड च मैं करवाया, जो विद्यार्थियों को पता है मेरे नाल जुड़े हुए जेडे उन्होंने इस गल का पता है भी मैं एवें नहीं भी एदा मतलब आ जिवें कोई इन्हां दे विचों कोई उपभाषा पढ़ाउणी है तो उन्होंने मैं 1.5 घंटे की क्लास कराती, नहीं मैं एक ही सिर्फ क्लास कराई सी 1.25 घंटे 1.5 घंटे की। सारे प्रश्न उहदे विचों आ गए सी उपभाषा वाले, ਜਿਹੜਾ भी फस्ट ग्रेड सैकेंड ग्रेड ਜਿਹੜੇ भी प्रश्न आए ਆ ਉਹ मैं एक ही क्लास करवाई सी। बस ਉਹੀ ਚੱਕ ਕੇ मैं की कीता 3rd ग्रेड ਦੇ ਵਿੱਚ ਪਾਤੀ ਹੈ ਕੁਝ ਮਹੱਤਵਪੂਰਨ ਟੌਪਿਕ। ਮੈਂ ਕਿਹਾ ਇਹ ਕਲਾਸ ਹੈ ਜਿਹੜੀ ਇਹ 3rd ग्रेड ਵਾਲੇ ਕਿਸੇ ਸਟੂਡੈਂਟ ਦੇ ਕੰਮ ਆ ਜੂਗੀ। ਤੁਸੀਂ ਇੱਕ ਦੋ ਵਾਰੀ ਕਲਾਸ ਦੇਖ ਲਿਓ ਬਸ ਤੁਹਾਡੇ ਕਲੀਅਰ ਹੋ ਜਾਣਗੇ। ਆ ਗੈਲ ਲਵੇ, ਗੈਲ ਦਾ ਮਤਲਬ ਹੁੰਦਾ ਨਾਲ, ਗੈਲ ਦਾ ਮਤਲਬ ਤਾਂ ਨਾਲ ਹੁੰਦਾ ਹੈ ਨਾ, ਗੈਲ ਨਾਲ। ਲਵੇ ਦਾ ਮਤਲਬ ਹੁੰਦਾ ਨੇੜੇ। ਬਾਂਸਣ ਮੈਨੂੰ ਲੱਗਦਾ ਭਾਂਡੇ ਨੂੰ ਕਹਿੰਦੇ ਆ, ਬਾਂਸਣ ਭਾਂਡੇ ਨੂੰ ਕਿਹਾ ਜਾਂਦਾ। ਹਾਂ ਇਹ ਸ਼ਬਦ ਆ ਜਿਹੜੇ ਇਹ ਬਾਈ ਪੁਆਧੀ ਭਾਸ਼ਾ ਦੇ ਆ ਦੁਆਬੀ ਪੋਠੋਹਾਰੀ ਮਾਝੀ। ਦੁਆਬੀ ਮਾਝੀ ਦੇ ਤਾਂ ਲੱਗਦੇ ਨਹੀਂ ਹੈ ਕਿਉਂਕਿ ਇਹ ਤਾਂ ਲਗਭਗ ਮਤਲਬ ਉਹ ਆਪਾਂ ਕਾਮਨ ਸੁਣੇ ਹੁੰਦੇ ਆ ਹੈ ਨਾ। ਇਹਦੇ ਵਿੱਚੋਂ ਦੋ ਰਹਿ ਗਈਆਂ ਅਤੇ ਇਹਦੇ ਵਿੱਚੋਂ ਸਹੀ ਆਪਸ਼ਨ ਹੈ ਜਿਹੜਾ। ਹੁਣ ਤੁਹਾਡਾ ਕੀ ਆ, ਤੁਸੀਂ ਕੀ ਕਰਨਾ ਇਹਦੇ ਨਾਲ ਸੰਬੰਧਿਤ ਸ਼ਬਦਾਵਲੀ ਹੈ ਜਿਹੜੀ ਮੈਂ ਦੱਸੀ ਆ ਉਹ ਐਪ ਦੇ ਵਿੱਚ ਜਿਹੜੀ ਵੀਡੀਓ ਹੈ ਤੁਸੀਂ ਬਸ ਉਹ ਧਿਆਨ ਨਾਲ ਦੇਖਣੀ ਹੈ। ਵਧੀਆ ਬਸ ਗੱਲ ਬਣ ਜੂਗੀ ਤੁਹਾਡੀ, ਕੋਈ ਦਿੱਕਤ ਨਹੀਂ। ਪ੍ਰਸ਼ਨ उपबोलियां च कोई भी आवे गलत नहीं हुंदा। अगला प्रश्न ध्वनि संबंधी गलत कथन है। ध्वनि संबंधी गालत कथन नहीं, गलत कथन है भाई, गालत नहीं करना है, गलत कथन है। ध्वनि बोध नूं वर्ण बोध आखदे हन। अच्छा, वर्ण ध्वनियां नूं अंकित करदे हन। ध्वनियां भाषा दा मूल आधार हन। ध्वनियां नूं खंड रूप दिता जा सकता है। 14 नंबर ਜਿਹੜਾ ਤੁਹਾਡਾ ਪ੍ਰਸ਼ਨ ਹੈ ਇਹਦੇ ਵਿੱਚ ਦੇਖੋ ਗਲਤ ਕਥਨ ਚੁਣਨਾ ਹੈ। ਇਹਦੇ ਵਿੱਚੋਂ ਆਪਾਂ ਮਤਲਬ 3 ਗੱਲਾਂ ਸਹੀ ਹੈ, ਇੱਕ ਗਲਤ ਹੈ ਨਾ। ਭਾਸ਼ਾ ਦੇਖੋ ਜਿਹੜਾ ਪ੍ਰਸ਼ਨ ਹੈ ਉਹਦੀ ਭਾਸ਼ਾ ਧਿਆਨ ਨਾਲ ਪੜ੍ਹਨੀ ਹੈ, ਉਹਦੀ ਸ਼ਬਦਾਵਲੀ ਧਿਆਨ ਨਾਲ ਪੜ੍ਹਨੀ ਹੈ। ਪਹਿਲੀ ਗੱਲ ਹੈ ਠੰਡੇ ਦਿਮਾਗ ਨਾਲ ਇਹ ਸੋਚਣਾ ਵੀ ਐਗਜ਼ਾਮੀਨਰ ਨੇ ਪੁੱਛਿਆ ਕੀ ਹੈ, ਪ੍ਰਸ਼ਨ ਦੇ ਵਿੱਚ ਗੱਲ ਕਿਹੜੀ ਪੁੱਛੀ ਹੈ। ਇਹਦੇ ਵਿੱਚੋਂ ਗਲਤ ਕਥਨ ਚੁਣਨਾ। ਧੁਨੀ ਬੋਧ ਨੂੰ ਵਰਨ ਬੋਧ ਆਖਦੇ ਹਨ, ਬਿਲਕੁਲ ਸਹੀ ਹੈ। मतलब ये तो ऑप्शन कट गया अपना, धुनी बोध नूं वर्ण बोध भी कहा जाता है। ठीक है, उस तो बाद अगला हैगा वर्ण धुनियां नूं अंकित करते हैं। बिल्कुल धुनियां नूं अंकित आपां किहदे नाल करते हैं, धुनियां नूं अंकित करन वास्ते जिहड़े लिपि चिन्हां दी वरतों कीती जाती है उन्हां नूं भाई वर्ण आखदे हन, वर्ण अखर। सो ठीक है, ये ऑप्शन भी अपने तो सही है गल, मतलब ये तो गलत नहीं, गलत कथन चुनना आपां। धुनियां भाषा दा मूल आधार हन, बिल्कुल सही है। तो ਧੁਨੀਆਂ ਹੀ ਹੈ ਭਾਸ਼ਾ ਦਾ ਮੂਲ ਆਧਾਰ। ਸੋ ਠੀਕ ਹੈ, ਇਹ ਆਪਸ਼ਨ ਵੀ ਕੱਟ ਗਿਆ। ਹੁਣ ਆਹ ਦੇਖ ਲਓ, ਧੁਨੀਆਂ ਨੂੰ ਖੰਡ ਰੂਪ ਦਿੱਤਾ ਜਾ ਸਕਦਾ ਹੈ, ਨਹੀਂ ਦਿੱਤਾ ਜਾ ਸਕਦਾ। ਧੁਨੀਆਂ ਦੇ ਟੁਕੜੇ ਥੋੜ੍ਹਾ ਕਰ ਸਕਦੇ ਆ ਤੁਸੀਂ, ਨਹੀਂ ਕਰ ਸਕਦੇ। ਧੁਨੀ ਦਾ ਕੋਈ ਟੁਕੜਾ ਨਹੀਂ ਕਰ ਸਕਦੇ। ਧੁਨੀਆਂ ਜਿਹੜੀਆਂ ਉਹਨਾਂ ਨੂੰ ਖੰਡ ਰੂਪ ਤੁਸੀਂ ਨਹੀਂ ਦੇ ਸਕਦੇ, ਮਤਲਬ ਖੰਡ ਕਰਨਾ ਮਤਲਬ ਟੋਟੇ ਨਹੀਂ ਕਰ ਸਕਦੇ। ਇਸ ਕਰਕੇ ਆਹ ਆਪਸ਼ਨ ਤੁਹਾਡਾ ਸਹੀ ਹੋ ਗਿਆ। ਇਹ ਗਲਤ ਕਥਨ ਹੈ ਭਾਈ, ਗਲਤ ਕਥਨ ਚੁਣਨਾ ਸੀ, ਆਹ ਚੁਣ ਲਿਆ ਆਪਾਂ। ਠੀਕ ਹੈ, ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਮੁੱਖ ਟੋਲੀ ਵਿੱਚ ਵਿਅੰਜਨ ਹਨ। ਇਹ ਕਾਫੀ ਥੋੜ੍ਹੀ ਜਿਹੀ ਹੈ ਨਾ, ਇਹ ਮੈਂ ਪ੍ਰਸ਼ਨ ਤਾਂ ਪਾਇਆ ਸੀਗਾ ਕਿਉਂਕਿ ਜਿਹੜੀ ਮੁੱਖ ਟੋਲੀ ਹੈ ਨਾ ਜਿਹੜੀ ਉਹ ਹੈਗੀ ਆ ਊੜਾ ਐੜਾ ਈੜੀ ਸੱਸਾ ਹਾਹਾ। ਮੁੱਖ ਟੋਲੀ ਦੇ ਵਿੱਚ ਜਿਹੜੇ ਤਾਂ ਵਰਨ ਹੈ ਉਹ ਤਾਂ ਹੈਗੇ ਆ 5 ਮੁੱਖ ਟੋਲੀ, ਊੜਾ ਐੜਾ ਈੜੀ ਸੱਸਾ ਹਾਹਾ। ਠੀਕ ਹੈ ਬਾਈ, ਇਹ ਹੈਗੀ ਆਪਣੀ ਮੁੱਖ ਟੋਲੀ।
ਮੁੱਖ ਟੋਲੀ ਦੇ ਵਿੱਚ ਆਪਾਂ ਹੁਣ ਵਿਅੰਜਨ ਲੱਭਣੇ ਆ। ਹੁਣ ਆਪਾਂ ਨੂੰ ਪਤਾ ਹੀ ਹੈ ਅਸਲ ਦੇ ਵਿੱਚ ਕੀ ਆ ਵੀ ਇਹ ਗੱਲ ਕਲੀਅਰ ਕਰਨੀ ਜ਼ਰੂਰੀ ਹੈ ਵੀ ਅਗਰ ਪੁੱਛੇ ਵੀ ਮੁੱਖ ਟੋਲੀ ਦੇ ਵਿੱਚ ਜੀ ਵਰਨ ਕਿੰਨੇ ਆ ਤਾਂ ਤੁਹਾਡਾ ਜਵਾਬ ਹੋਣਾ ਚਾਹੀਦਾ ਹੈ ਜੀ 5। ਅਗਰ ਪੁੱਛੇ ਵੀ ਮੁੱਖ ਟੋਲੀ ਦੇ ਵਿੱਚ ਸਵਰ ਕਿੰਨੇ ਆ ਤਾਂ ਤਿੰਨੇ ਸ਼ੁਰੂ 'ਚ ਹੀ ਆ ਜਾਂਦੇ ਆ 3। ਅਗਰ ਪੁੱਛਿਆ ਮੁੱਖ ਟੋਲੀ ਵਿੱਚ ਵਿਅੰਜਨ ਕਿੰਨੇ ਆ ਤਾਂ ਜਿਹੜੇ ਉਹ 2 ਵਿਅੰਜਨ ਹੀ ਹੈ। ਠੀਕ ਹੈ, ਮੁੱਖ ਟੋਲੀ ਦੇ ਵਿੱਚ ਵਿਅੰਜਨ ਹਨ 2। ਇਹ ਥੋੜ੍ਹੀ ਜਿਹੀ ਕੋਮਲ ਜੀ ਗੱਲ ਆ ਵੈਸੇ ਤਾਂ, ਪਰ ਕਈ ਵਾਰੀ ਜਦੋਂ ਗਲਤੀ ਹੋਣੀ ਹੋਵੇ ਨਾ ਤੇ ਉਦੋਂ ਕੋਈ ਪਤਾ ਨਹੀਂ ਲੱਗਦਾ ਹੈ ਨਾ। ਹਾਂ, ਅਗਲਾ ਪ੍ਰਸ਼ਨ ਹੈ ਜਿਹੜਾ ਐੜੇ ਨਾਲ ਸੰਬੰਧਿਤ ਲਗਾ ਨਹੀਂ ਹੈ। 16 ਨੰਬਰ ਪ੍ਰਸ਼ਨ ਤੁਹਾਡਾ ਵੀ ਐੜੇ ਨਾਲ ਸੰਬੰਧਿਤ ਕਿਹੜੀ ਲਗਾ ਮਾਤਰਾ ਹੈ ਜਿਹੜੀ ਐੜੇ ਨਾਲ ਸੰਬੰਧਿਤ ਨਹੀਂ ਹੈ, ਮਤਲਬ ਐੜੇ ਨੂੰ ਨਹੀਂ ਲੱਗਦੀ। ਇਹਦੇ ਬਾਰੇ ਆਪਾਂ ਦੇਖਦੇ ਹਾਂ। ਹਾਂ, ਐੜੇ ਨਾਲ ਸੰਬੰਧਿਤ ਲਗਾ ਨਹੀਂ ਹੈ। ਐੜੇ ਨੂੰ ਵੈਸੇ ਤਾਂ 4 ਲਗਾ ਲੱਗਦੀਆਂ ਹੈ ਨਾ, 4 ਲੱਗ ਜਾਂਦੀਆਂ ਹੈ ਨਾ। ਕੁੱਲ 10 ਹੈ, ਉਹਦੇ ਵਿੱਚੋਂ 3 ਊੜੇ ਨੂੰ ਲੱਗਦੀਆਂ, 3 ਈੜੀ ਨੂੰ ਲੱਗਦੀਆਂ ਤੇ ਰਹਿ ਗਈਆਂ ਪਿੱਛੇ 4 ਐੜੇ ਨੂੰ ਲੱਗਦੀਆਂ। ਸੋ ਇਹਦੇ ਵਿੱਚੋਂ ਇੱਕ ਤਾਂ ਹੈਗੀ ਆ ਦੁਲਾਵਾਂ। ਠੀਕ ਹੈ, ਐੜੇ ਦੁਲਾਵਾਂ ਇਹ ਤਾਂ ਲੱਗ ਗਈ ਹੈ ਨਾ, ਤੇ ਐੜੇ ਨੂੰ ਲਾਂ ਲੱਗ ਜਾਂਦੀ ਹੈ। ਆਪਾਂ ਲਾ ਕੇ ਦੇਖ ਲਓ, ਐੜੇ ਲਾਂ ਆਹ ਤਾਂ ਨਹੀਂ ਹੁੰਦਾ, ਐਵੇਂ ਨਹੀਂ ਹੁੰਦਾ। ਇਹ ਤਾਂ ਸੁਣਿਆ, ਇਹ ਤਾਂ ਨਹੀਂ ਹੁੰਦਾ ਹੈ ਨਾ। ਲਾਂ ਵੈਸੇ ਤਾਂ ਆਪਸ਼ਨ ਬਣ ਗਿਆ ਸਹੀ। ਅੱਗੇ ਵੀ ਦੇਖ ਲਓ, ਐੜੇ ਨੂੰ ਕਨੌੜਾ, ਐੜੇ ਨੂੰ ਕਨੌੜੇ ਦੀ ਮਾਤਰਾ ਤਾਂ ਲੱਗ ਗਈ। ਆਹ ਦੇਖੋ, ਕੰਨੇ ਦੀ ਮਾਤਰਾ ਤਾਂ ਲੱਗ ਜਾਂਦੀ ਆ ਬਈ, ਐੜੇ ਨੂੰ ਕੰਨਾ ਆਹ ਚੱਕੋ ਲਾਤੀ, ਇਸ ਕਰਕੇ ਲਾ ਦੀ ਮਾਤਰਾ ਨਹੀਂ ਲੱਗਦੀ। ਐੜੇ ਨਾਲ ਸੰਬੰਧਿਤ ਲਗਾ ਹੈ ਜਿਹੜੀ ਉਹ, ਵੈਸੇ ਵੀ ਇਹਦਾ ਜਦੋਂ ਮੈਂ ਕਰਵਾਇਆ ਸੀ ਤੇ ਉਹ ਕੋਡ ਵਗੈਰਾ ਵੀ ਦੱਸਿਆ ਸੀ ਹੈ ਨਾ, ਤੁਸੀਂ ਉਸ ਹਿਸਾਬ ਨਾਲ ਲਗਾ ਮਾਤਰਾ ਦਾ ਜਿਹੜਾ ਸੀਕਵੈਂਸ ਹੈ, ਕ੍ਰਮ ਹੈ, ਉਹ ਅਗਰ ਤੁਹਾਨੂੰ ਯਾਦ ਹੈ ਤਾਂ ਇਹ ਪ੍ਰਸ਼ਨ ਤੁਹਾਡਾ ਗਲਤ ਨਹੀਂ ਹੋਊਗਾ। ਸੋ ਠੀਕ ਹੈ ਜੀ, ਅੱਗੇ ਦੇਖੋ ਅਗਲਾ ਪ੍ਰਸ਼ਨ ਹੈ ਜਿਹੜਾ, ਆਹ ਦੇਖੋ ਬੜਾ ਪਿਆਰਾ ਪ੍ਰਸ਼ਨ ਹੈ। ਉਚਾਰਨ ਦਾ ਸਹੀ ਕ੍ਰਮ ਚੁਣੋ। ਵੀ ਜਦੋਂ ਆਪਾਂ ਕਿਸੇ ਸ਼ਬਦ ਨੂੰ ਉਚਾਰਨ ਕਰਦੇ ਹਾਂ ਤਾਂ ਉਹਦਾ ਸਹੀ ਕ੍ਰਮ ਤੁਸੀਂ ਚੁਣਨਾ ਹੈ। ਉਚਾਰਨ ਦਾ ਸਹੀ ਕ੍ਰਮ ਕੀ ਹੈ ਬਾਈ? ਅੱਖਰ ਲਗਾਖਰ ਲਗਾ। ਵੀ ਕੀ ਜਦੋਂ ਆਪਾਂ ਕਿਸੇ ਸ਼ਬਦ ਦਾ ਉਚਾਰਨ ਕਰਦੇ ਹਾਂ ਪਹਿਲਾਂ ਅੱਖਰ ਦਾ ਉਚਾਰਨ ਹੁੰਦਾ ਹੈ, ਫਿਰ ਲਗਾਖਰ, ਅਗਾਖਰ ਨਹੀਂ ਲਗਾਖਰ ਹੈ। ਸ਼ਬਦ ਮਾੜੀ ਮੋਟੀ ਮਿਸਟੇਕ ਕੁਛ ਆਪ ਵੀ ਕਰ ਦਿਆ ਕਰੋ ਸਹੀ। ਲਗਾਖਰ ਲਗਾ ਜਾਂ ਕੀ ਆਪਾਂ ਪਹਿਲਾਂ ਲਗਾਖਰ ਅੱਖਰ ਲਗਾ, ਇਸ ਤਰ੍ਹਾਂ ਸਹੀ ਕ੍ਰਮ ਚੁਣਨਾ ਵੀ ਲਗਾ ਅੱਖਰ ਲਗਾਖਰ। ਅਸਲ ਦੇ ਵਿੱਚ ਕੀ ਹੈ, ਆਹ ਤੀਰ ਦੇ ਨਿਸ਼ਾਨ ਜੇ ਹੋਣੇ ਚਾਹੀਦੇ ਸੀ ਬਸ। ਇਹ ਤਾਂ ਮੈਂ ਪਾਏ ਤਾਂ ਸੀਗੇ ਪਰ ਉਹ ਚਲੋ ਕੋਈ ਨਾ। ਇਸ ਤਰ੍ਹਾਂ ਮਤਲਬ ਕੀ ਹੈ ਵੀ ਲਗਾ ਪਹਿਲਾਂ, ਫਿਰ ਤੁਸੀਂ ਅੱਖਰ ਬੋਲਦੇ ਹੋ, ਫਿਰ ਲਗਾ ਅੱਖਰ ਬੋਲਦੇ ਹੋ, ਜਾਂ ਪਹਿਲਾਂ ਅੱਖਰ ਬੋਲਦੇ ਹੋ ਫਿਰ ਲਗਾ ਬੋਲਦੇ ਹੋ, ਫਿਰ ਲਗਾ ਅੱਖਰ ਬੋਲਦੇ ਹੋ। ਇਹ ਪ੍ਰਸ਼ਨ ਦੇਖੋ ਔਖਾ ਹੈ ਨਾ। ਜਦੋਂ ਆਪਾਂ ਕਿਸੇ ਸ਼ਬਦ ਦਾ ਉਚਾਰਨ ਕਰਦੇ ਹਾਂ ਤਾਂ ਆਪਾਂ ਉਸ ਦਾ ਉਚਾਰਨ ਕ੍ਰਮ ਦੱਸਣਾ। ਉਚਾਰਨ ਕ੍ਰਮ ਹੈ ਜਿਹੜਾ ਉਹ ਹੈਗਾ ਸਹੀ ਆਹ। ਉਚਾਰਨ ਕ੍ਰਮ ਦੇ ਵਿੱਚ ਪਹਿਲਾਂ ਆਪਾਂ ਅੱਖਰ ਨੂੰ ਬੋਲਦੇ ਹਾਂ, ਫਿਰ ਆਪਾਂ ਲਗਾ ਨੂੰ ਬੋਲਦੇ ਹਾਂ, ਫਿਰ ਆਪਾਂ ਲਗਾਖਰ ਨੂੰ ਬੋਲਦੇ ਹਾਂ। ਇਹ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਤੁਸੀਂ। ਇਹ ਔਖਾ ਪ੍ਰਸ਼ਨ ਹੈ ਇੱਕ। ਹੁਣ ਤੁਹਾਨੂੰ ਲੱਗ ਸਕਦਾ ਸੌਖਾ, ਪਰ ਜਦੋਂ ਉੱਥੇ ਬੈਠੇ ਹੁੰਦੇ ਆ ਐਗਜ਼ਾਮ ਹਾਲ ਦੇ ਵਿੱਚ ਤੇ ਉਦੋਂ ਬਈ ਹੋ ਜਾਂਦਾ ਔਖਾ। ਐਗਜ਼ਾਮ ਹਾਲ ਤੋਂ ਗੱਲ ਯਾਦ ਆਈ, ਮੇਰੀ ਵੀ ਡਿਊਟੀ ਲੱਗੀ ਸੀ, ਮੈਨੂੰ ਬੜਾ ਦੁੱਖ ਹੋਇਆ ਦੇਖ ਕੇ ਪੰਜਾਬੀ ਵਾਲੇ ਸਟੂਡੈਂਟ ਨਹੀਂ ਆਏ। ਇਹ ਬਹੁਤ ਵੱਡਾ ਨੁਕਸਾਨ ਹੈ ਤੁਹਾਡਾ। ਤੁਹਾਨੂੰ ਐਵੇਂ ਲੱਗਦਾ ਹੋਣਾ ਵੀ ਪੰਜਾਬੀ ਵਾਲੇ ਸਟੂਡੈਂਟ ਬਹੁਤ ਨਹੀਂ ਆਏ, ਬਹੁਤ ਸਾਰੇ ਆਏ ਵੀ ਸੀਗੇ ਪਰ ਬਹੁਤ ਨਹੀਂ ਆਏ। ਜਿਵੇਂ ਮੰਨ ਲਓ 50% ਹੀ ਕਹਿ ਲਓ ਤੁਸੀਂ, ਉਸ ਤੋਂ ਵੀ ਘੱਟ ਸਟੂਡੈਂਟ ਮਤਲਬ ਹਾਜ਼ਰ ਹੋਏ। ਸੋ ਇਹ ਬਿਮਾਰੀ ਹੈ ਜਿਹੜੀ ਸਾਨੂੰ ਇਹ ਨਾਕਾਮਯਾਬੀ ਵੱਲ ਲੈ ਕੇ ਜਾਂਦੀ ਹੈ। ਸਾਨੂੰ ਇਹ ਨਹੀਂ ਪਤਾ ਵੀ ਤੁਸੀਂ ਇਹ ਸੋਚ ਲਿਆ ਹੋਣਾ ਵੀ ਪੇਪਰ ਤਾਂ ਸ਼ਾਮ ਤੱਕ ਕਿਸੇ ਨਾ ਕਿਸੇ ਨੇ ਸਾਨੂੰ ਭੇਜ ਦੇਣਾ ਤੇ ਅਸੀਂ ਕਰਕੇ ਦੇਖ ਲੈਣਾ, ਪਰ ਇਹ ਨਹੀਂ ਤੁਹਾਨੂੰ ਪਤਾ ਵੀ ਘਰੇ ਜਦੋਂ ਆਪਾਂ ਕਰਦੇ ਹਾਂ ਉਦੋਂ ਗੱਲ ਹੋਰ ਹੁੰਦੀ ਹੈ, ਐਗਜ਼ਾਮ ਹਾਲ ਦੇ ਵਿੱਚ ਜਦੋਂ ਆਪਾਂ ਬਹਿ ਕੇ ਕਰਦੇ ਹਾਂ, ਜਦੋਂ ਐਗਜ਼ਾਮ ਵਾਲੇ ਰੂਮ 'ਚ ਬਹਿ ਕੇ ਕਰਦੇ ਹਾਂ ਉਦੋਂ ਗੱਲ ਹੋਰ ਹੁੰਦੀ ਹੈ। ਉਸ ਸਥਿਤੀ ਨੂੰ ਉਹ ਦੇਖ ਲਓ, ਜਿਵੇਂ ਸਾਰੀ ਤਿਆਰੀ ਕਰਨੀ ਉਹ ਸਾਰਾ ਇੱਕ ਪ੍ਰੈਕਟਿਸ ਤੁਹਾਡੀ ਹੋ ਜਾਂਦੀ। ਤੁਸੀਂ ਕਿੱਡੇ ਵੱਡੇ ਮੂਰਖ ਹੋ ਇਸ ਗੱਲ ਦੇ ਮਾਮਲੇ 'ਚ। ਸੱਚੀ ਗੱਲ ਹੈ ਕਿ ਨਹੀਂ ਦੱਸੋ ਤੁਸੀਂ ਆਪ ਵੀ ਤੁਸੀਂ ਯਾਰ ਕਮਾਲ ਹੈ ਤੁਹਾਡੀ, ਤੁਸੀਂ ਪੇਪਰ ਦੇਣ ਆਓ, ਕੋਈ ਗੱਲ ਨਹੀਂ ਕਿੰਨੇ ਨੰਬਰ ਬਣੇ ਤੁਹਾਡੇ, ਕੋਈ ਇਹ ਕਿਹੜੀ ਗੱਲ ਹੋਈ ਵੀ ਅੱਗੇ ਤੁਸੀਂ 3rd ਗ੍ਰੇਡ ਦੀ ਤਿਆਰੀ ਕਰ ਰਹੇ ਹੋ, ਤੁਹਾਡਾ ਕੁਛ ਤਾਂ ਤੁਹਾਨੂੰ ਉੱਥੇ ਪਤਾ ਲੱਗਦਾ। ਉੱਥੇ ਆਪਣੇ ਆਪ ਨੂੰ ਪੂਰਾ ਤੁਸੀਂ ਇਹ ਰੱਖਦੇ ਵੀ ਮੈਂ ਇਸ ਪੇਪਰ ਨੂੰ ਪੂਰੀ ਮਤਲਬ ਇੱਕ ਪੂਰੇ ਮਤਲਬ ਸੈਂਸੀਬਲ ਤਰੀਕੇ ਨਾਲ ਪੂਰਾ ਸੀਰੀਅਸ ਹੋ ਕੇ ਕਰਨਾ ਅਤੇ ਕਿੱਡਾ ਸੋਹਣਾ ਮਾਹੌਲ ਬਣਦਾ। ਘਰੇ ਆ ਕੇ ਤੁਸੀਂ ਕਿੰਨਾ ਕੁਝ ਵੇਖਦੇ, ਅਤੇ ਹੁਣ ਤੁਸੀਂ ਉੱਥੇ ਦੇਖ ਲਿਆ ਹੋਊਗਾ, ਆਪਦੀਆਂ ਜੱਬਲੀਆਂ ਮਾਰਤੀਆਂ ਹੋਣੀਆਂ, ਬਸ ਕੀ ਹੋ ਗਿਆ ਉਹਦੇ ਨਾਲ? ਕੁਛ ਹੀ ਨਹੀਂ ਹੋਇਆ ਉਹਦੇ ਨਾਲ,
किन्ना मतलब तुहानूं मैं वारी वारी कहा, मैं लाइव भी होया, मैं ठीक भी नहीं सी तां भी मैं लाइव होया। मैं कहा भी स्टूडेंट ने मैनूं पक्का पता नहीं होना, पर मैं ये चाहुंदा भी स्टूडेंट पेपर देण आउण। कमाल है यार तुहाडी, मैं किहा हद हो गई। ਇੰਨਾ ਇੰਨਾ मतलब ਇਹ ਜਿਹੜਾ मतलब मूर्खपन करना, ये बहुत मतलब एक नुकसान है, ये बहुत ਵੱਡਾ। ਇਹ ਤੁਹਾਨੂੰ ਪਤਾ ਨਹੀਂਗਾ, ਅੱਗੇ ਜਾ ਕੇ ਨਜ਼ਰ ਆਊਗਾ। ਠੀਕ ਹੈ ਬਈ, ਕਹਿੰਦੇ ਹੁੰਦੇ ਆ ਨਾ ਤੇਲ ਦੇਖੋ ਤੇਲ ਦੀ ਧਾਰ ਦੇਖੋ। ਅਗਲਾ ਪ੍ਰਸ਼ਨ 18 ਨੰਬਰ ਪ੍ਰਸ਼ਨ ਦੇਖਦੇ ਆ। ਇਹਦਾ ਡੀ ਨੰਬਰ ਆਪਸ਼ਨ ਸਹੀ ਹੈ, 17 ਨੰਬਰ ਵਾਲੇ ਦਾ 18 ਨੰਬਰ। ਬਿੰਦੀ ਨਾਲ ਸੰਬੰਧਿਤ ਅਸੰਗਤ ਚੁਣੋ, मतलब ਇਹਦੇ ਵਿੱਚੋਂ ਕਿਹੜੀ ਮਾਤਰਾ ਹੈ ਜਿਹੜੀ ਬਿੰਦੀ ਨਾਲ ਸੰਬੰਧਿਤ ਨਹੀਂ ਗੀ। ਅੱਜ ਕੱਲ੍ਹ ਥੋੜ੍ਹਾ ਜਿਹਾ ਪ੍ਰਸ਼ਨ ਇਸ ਤਰ੍ਹਾਂ ਟ੍ਰੈਂਡ ਹੈ ਬਾਈ, ਇਹਨਾਂ ਨੂੰ ਆਪਸ਼ਨ ਵਧਾ ਵੀ ਸਕਦਾ। ਮੈਂ ਇੱਥੇ 2-2 ਮਾਤਰਾਵਾਂ ਲਿਖੀਆਂ ਅਤੇ ਐਗਜ਼ਾਮੀਨਰ ਬਾਈ 3-3 4-4 ਜਿੰਨੀਆਂ ਮਰਜ਼ੀ ਲਿਖੇ ਆਪਦਾ। ਠੀਕ ਹੈ, इस तरह के प्रश्न वास्ते तैयारी रखनी है तुसीं। औखा प्रश्न बनाउण दी रहूगी एग्जामिनर की इच्छा, तो फिर वह इनू वधा सकता है उस हिसाब नाल। ठीक है, ये भी तुसीं थोड़ा जिहा ध्यान च रखना। बिंदी नाल संबंधित असंगत चुनना है। ला ते होड़ा ये तो बई बिंदी इन्हां नूं तां लगदी है। दुलावा दुलैंकड़, बिहारी दुलावा दुलावा कनौड़ा। ये बी नंबर ऑप्शन तुहाडा सही है। ठीक है, ये हाँ बी नंबर ऑप्शन बिंदी नाल संबंधित असंगत है, मतलब ये किहड़ी मात्रा है जिन्हों बिंदी नहीं लगती। इन्होंने एक नूं लगती एक नूं नहीं लगती है ना, इस करके आई हो गया। बाकियां नूं ते दोवां नूं लगदियां है, इनूं तां बिंदी लगती है, इन्हां नूं भी लगी है, इन्हां नूं भी लगती है। सो ठीक है, बस लगती नहीं तो ये एक नूं नहीं लगती है ना। हाँ ठीक है भाई, ये भी तुसीं भाई याद रखना। ठीक है, दुलावा दुलैंकड़ वाला ये ऑप्शन इस तरह के करके हुण बिंदी वाला आ गया, तो हुण तुसीं टिप्पी अदक वाला ये तुसीं थोड़ा जिहा ध्यान नाल देख लेना। पेपर नूं सॉल्व करन दा मतलब यही हुंदा व्याख्या करन दा, भी बिंदी वाली ऑप्शन तुसीं बिंदी वालियां सारियां मात्रावां याद रखणियां, फिर टिप्पी ते अदक वालियां भी नाल दी नाल याद रख लैणियां। इस तरह के प्रश्न वास्ते तुसीं तैयार रहना। ठीक है, अगला प्रश्न देवियो और सज्जणों, मूर्तनी नहीं है ਇਹਦੇ ਵਿੱਚੋਂ ਕਿਹੜੀ ਹੈ ਜਿਹੜੀ ਮੂਰਤਨੀ ਨਹੀਂ ਹੈ। ਠੀਕ ਹੈ ਬਾਈ, ਇਹ ਤੁਸੀਂ ਆਪਾਂ ਦੇਖਦੇ ਹਾਂ। ਮੂਰਤਨੀ ਜਿਹੜੀ ਹੁੰਦੀ ਆ ਉਲਟ ਜੀਬੀ ਤੋਂ ਨਹੀਂ, ਜਿਹੜੀ ਜਿਹਨੂੰ ਕਹਿੰਦੇ ਆ ਨਾ ਆਪਾਂ, ਉਹ ਹੈ ਆਪਣੀ ਇਹ ਉਲਟ ਜੀਬੀ ਹੈ, ਉਹ ਆਪਾਂ ਦੇਖਣੀ ਹੈ। ਇਹਦੇ ਵਿੱਚੋਂ ਕਿਹੜੀ ਨਹੀਂ ਗੀ ਉਲਟ ਜੀਬੀ। ਹੁਣ ਬੋਲ ਕੇ ਦੇਖ ਲਓ। ਆ ਆਪਸ਼ਨ ਇਹ ਔਖੇ ਆਪਸ਼ਨ ਹੈ, बस ये औखे आ। अगर तुहानूं ये कॉमन है तुहाडे वास्ते, फिर कोई समस्या नहीं गी, फिर तुहाडी मूर्तनी ते आ जिन्ने भी कोई हैगा ते ये बाई तुहाडा ऑप्शन है, कोई भी गलत नहीं होगा। ठीक है, हुण ये तुसीं देख लिओ जिहड़ा मूर्तनी नहीं है, ढड्डा जिवें बोल के देख लो। ढा जदों बोलदे आ तां ये मूर्तनी है। ढा अड़ा बोलते हैं, ये फटकवा व्यंजन भी है तो मूर्तनी भी है, दोनों ही है। ये तो हैगा ही अड़ा। उस तो बाद न अड़ा, आ भी मैं लिखा एक न एक अड़ा बोलते हैं जदों तुसीं। ये तो उल्ट जीबी हैगा, मूर्त नहीं है, न नहीं हैगा। न जिहड़ा ये मैनूं लगदा न दंती, न दंती है। ठीक है, सो मूर्त नहीं गा। अगला प्रश्न, डकवे व्यंजन हैं। डकवे व्यंजन आ जिहड़े ये हैगे जी 15 ਜਿਹੜੀਆਂ ਹੈਗੀਆਂ ਪਹਿਲੀਆਂ ਆਪਣੇ ਪਹਿਲੀਆਂ ਨਹੀਂ मतलब ਜਿਹੜੇ ਹੈਗੇ ਆ ਆਪਣੇ ਹਾਂ ਕੱਕੇ ਤੋਂ ਲੈ ਕੇ ਡਕਵੇਂ ਵਿਅੰਜਨ ਮੈਂ ਦੱਸ ਹੀ ਦਿੰਦਾ ਤੁਹਾਨੂੰ। ਕੱਕਾ ਖੱਖਾ ਗੱਗਾ ਤੇ ਚੌ ਛ ਜ ਟ ਠ ਡ ਤ ਥ ਦ ਪ ਫ ਤੇ ਬ। ਕਿੰਨੇ ਹੋ ਗਏ ਬਈ? ਆਹ 15 हो गए है कि 3 ਤੇ 3 6 ਤੇ 3 9 ਤੇ 3 12 ਤੇ 3 15। ठीक है बई, पा फ ब पहले 3 मतलब कक्के वाली तो शुरू कर लेना। पहले 3 पंज पंक्तियां दे वर्णमाला दियां पहलियां नहीं मतलब मुख जिहड़ी टोली है उन्होंने छड्ड के उस तो अगली टोली जिहड़ी, हाँ ठीक है, उस तो अगला वर्ग है जिहड़ा उत्थों लैके कुल 15 बनते हैं। डकवें मतलब हुंदा डकना मतलब रोकना। डकवें ढकवें नहीं गा, ढकवें कई भेजते होंगे है ना जो सवाल, तो सर कह ढकवें व्यंजन किहड़े है। मैं कहा भी ढकवें व्यंजन हजे बने नहीं गए, तो जो किसी भाषा विग्यानी ने बनाते तो फिर मैं जरूर दसूँगा। हाँ ढकवें व्यंजन जरूर है। मैं क्या तो ढकवें व्यंजन पंजाबी दे विच है 15। जदों बोलते समय अपनी आवाज़ है जिहड़ी थोड़ी जी डक के, डकना मतलब हुंदा रोकना, डकना रोकना। कोई रोका लग जाना रोकना, कोई जिवें मान लो बन लग जाना
ਡੱਕਣਾ, ਠੀਕ ਹੈ। ਹਾਂ, ਉਹ ਜਦੋਂ ਬੋਲਦੇ ਸਮੇਂ ਆਵਾਜ਼ ਨੂੰ ਜਦੋਂ ਥੋੜ੍ਹਾ ਜਿਹਾ ਡੱਕਿਆ ਜਾਂਦਾ, ਰੋਕਿਆ ਜਾਂਦਾ, ਤਾਂ ਇਹ ਹੈ ਜਿਹੜੇ ਪਹਿਲੇ ਕੁੱਲ ਬਣਦੇ ਆ 5 ਪੰਕਤੀਆਂ ਦੇ 35 15 15 ਹੈ ਸਹੀ ਆਪਸ਼ਨ ਤੁਹਾਡਾ, ਠੀਕ ਹੈ। ਇਹ ਵੀ ਯਾਦ ਰੱਖਣਾ ਤੁਸੀਂ। ਅਗਲਾ ਪ੍ਰਸ਼ਨ ਦੇਖਦੇ ਆ, ਕਿਹੜਾ ਨਾਸਕੀ ਵਿਅੰਜਨ ਹੈ ਜਿਹੜਾ ਸ਼ਬਦ ਦੇ ਸ਼ੁਰੂ ਵਿੱਚ ਨਹੀਂ ਆਉਂਦਾ? ਇਹਦੇ ਵਿੱਚੋਂ ਕਿਹੜਾ ਨਾਸਕੀ ਵਿਅੰਜਨ ਆ ਸਾਰੇ ਪਹਿਲਾਂ ਦੇਖ ਲਓ। ਅਣਾਣਾ, ਅੜਾੜਾ, ਨੰਨਾ, ਮੰਮਾ, ਇਹਦੇ ਵਿੱਚੋਂ ਨਾਸਕੀ ਵਿਅੰਜਨ ਕਿਹੜਾ ਹੈ ਵੀ ਜਿਹੜਾ ਸ਼ਬਦ ਦੇ ਸ਼ੁਰੂ ਦੇ ਵਿੱਚ ਨਹੀਂ ਆ ਸਕਦਾ? ਸਭ ਤੋਂ ਪਹਿਲਾਂ ਤਾਂ ਨਾਸਕੀ ਦੇਖ ਲੈਣੇ ਆ ਤੁਸੀਂ ਕਿਹੜੇ ਕਿਹੜੇ ਆ। ਇਹਦਾ ਮਤਲਬ ਅਣਾ ਤੇ ਆ ਜਿਹੜੇ ਹੈਗੇ ਆ ਤੁਹਾਡੇ ਆਪਣੇ ਗੰਗਾ, ਨੰਨਾ, ਅਣਾਣਾ, ਨੰਨਾ ਤੇ ਮੰਮਾ, ਇਹ 5 ਹੈ ਜਿਹੜੇ, ਇਹ 5 ਹੈਗੇ ਆ ਨਾਸਕੀ ਵਿਅੰਜਨ ਹੈ, ਠੀਕ ਹੈ। ਤੇ ਨਾਸਕੀ ਵਿਅੰਜਨ ਦੇ ਵਿੱਚੋਂ ਦੇਖੋ, ਨਾਸਕੀ ਵਿਅੰਜਨ ਇਹ ਅੜਾੜਾ ਨਾਸਕੀ ਹੈ, ਅੜਾੜਾ ਤਾਂ ਨਹੀਂ ਗਾ ਨਾਸਕੀ, ਠੀਕ ਹੈ ਬਾਈ। ਇਹ ਮੌਖਿਕ ਵਿਅੰਜਨ ਹੈ, ਇਹ ਮੌਖਿਕ ਹੈ। ਇਹ ਜਿਹੜੇ ਇਹਨਾਂ ਨਾਸਕੀ ਨੂੰ ਛੱਡ ਕੇ ਬਾਕੀ ਸਾਰੇ ਮੌਖਿਕ ਹੈ। ਬੋਲਣ ਦਾ ਤਰੀਕਾ 2 ਤਰੀਕੇ ਨਾਲ ਹੁੰਦਾ, ਇੱਕ ਆਪਾਂ ਇੱਕ ਮੌਖਿਕ ਰੂਪ ਨਾਲ ਬੋਲ ਸਕਦੇ ਹਾਂ, ਇੱਕ ਨਾਸਾਂ ਰਾਹੀਂ ਉਸੇ ਸ਼ਬਦ ਨੂੰ, ਉਸੇ ਅੱਖਰ ਨੂੰ। ਸੋ ਇਹਦੇ ਵਿੱਚ ਨਾਸਕੀ ਵਿਅੰਜਨ ਹੈ ਜਿਹੜੇ, ਮਤਲਬ ਕੀ ਹੈ ਵੀ ਧੁਰੋਂ ਹੀ ਰੱਬ ਨੇ ਇਹਨਾਂ ਨੂੰ ਮਤਲਬ ਬਿੰਦੀਆਂ ਟਿੱਪੀਆਂ ਲਾ ਕੇ ਭੇਜਿਆ, ਨਾਸਕੀ ਵਿਅੰਜਨ ਹੈ ਇਹ, ਠੀਕ ਹੈ। ਬਾਕੀ ਸਾਰੇ ਮੌਖਿਕ ਆ ਤਾਂ ਮੌਖਿਕ ਹੋ ਗਿਆ, ਨੰਨਾ ਤੇ ਮੰਮਾ ਆ ਹੀ ਰਹਿ ਗਏ। ਇਹਦੇ ਵਿੱਚੋਂ ਨੰਨੇ ਤੋਂ ਤਾਂ ਸ਼ੁਰੂ ਹੋ ਜਾਂਦਾ ਹੈ ਸ਼ਬਦ, ਮੰਮੇ ਤੋਂ ਵੀ ਹੋ ਜਾਂਦਾ। ਨੰਨੇ ਤੋਂ ਜਿਵੇਂ ਨਾਨੀ ਹੋ ਗਿਆ ਤੇ ਮੰਮੇ ਤੋਂ ਜਿਵੇਂ ਮਾਮੀ ਹੋ ਗਿਆ, ਆ ਲਓ ਇਹ ਤਾਂ ਸ਼ੁਰੂ ਹੋ ਗਏ। ਪਰ ਅਣਾੜੇ ਤੋਂ ਤੁਸੀਂ ਕਦੇ ਵੀ ਕੋਈ ਸ਼ਬਦ ਸ਼ੁਰੂ ਹੁੰਦਾ ਨਹੀਂ ਦੇਖੋਗੇ। ਸਹੀ ਆਪਸ਼ਨ ਤੁਹਾਡਾ ਇਹ ਹੈ। ਦੇਖੋ, ਗੰਗਾ ਤੇ ਨੰਨਾ ਤੇ ਅਣਾਣਾ, ਇਹ 3 ਹੈ ਜਿਨ੍ਹਾਂ ਤੋਂ, ਗੰਗੇ ਤੋਂ ਵੀ ਨਹੀਂ ਹੁੰਦਾ ਹੁਣ ਤਾਂ, ਪਹਿਲਾਂ ਹੁੰਦਾ ਸੀਗਾ ਮੱਧ ਕਾਲ ਦੇ ਵਿੱਚ ਸ਼ਬਦ ਹੁੰਦਾ ਸੀ ਗਿਆਨ, ਇਸ ਤਰ੍ਹਾਂ ਕਰਕੇ ਹੁੰਦਾ ਸੀਗਾ। 1 ਮਿੰਟ, ਇਸ ਤਰ੍ਹਾਂ ਸ਼ਬਦ ਆ ਜਾਂਦਾ ਸੀ ਗਿਆਨ। ਗੰਗੇ ਨੂੰ ਮੈਨੂੰ ਲੱਗਦਾ ਸਿਹਾਰੀ ਵੀ ਨਹੀਂ ਲੱਗੀ ਹੁੰਦੀ ਸੀ, ਸ਼ਾਇਦ ਸਿੱਧਾ ਹੀ ਹੈ, ਪਤਾ ਨਹੀਂ, ਮੈਨੂੰ ਧਿਆਨ ਨਹੀਂ। ਗਿਆਨ ਤੇ ਉਹਨੂੰ ਗੰਗੇ ਨੂੰ ਗੱਗੇ 'ਚ ਹੀ ਬਦਲਤਾ, ਗਿਆਨ ਹੋ ਗਿਆ ਨਾ ਸ਼ਬਦ, ਹੈ ਨਾ। ਹਾਂ, ਤਾਂ ਇਸ ਤਰ੍ਹਾਂ ਕਰਕੇ ਆ ਵੀ ਜਿਹੜਾ ਇਹ ਵੀ ਹੁਣ ਪ੍ਰਚਲਨ ਦੇ ਵਿੱਚ ਹੁਣ ਘਟਦਾ ਜਾਂਦਾ। ਇਹਦੇ ਵਿੱਚੋਂ ਅਣਾਣਾ ਹੈ ਜਿਹੜਾ, ਇਹ ਮਤਲਬ ਕਿ ਗੰਗਾ, ਨੰਨਾ, ਅਣਾਣਾ, ਇਹ ਤਿੰਨੇ ਆ ਜਿਹੜੇ ਇਹ ਵਰਤਮਾਨ ਪੰਜਾਬੀ ਜਦੋਂ ਆਪਾਂ ਲਿਖਦੇ ਹਾਂ ਤੇ ਕਦੇ ਵੀ ਅੱਖਰ ਸ਼ਬਦ ਹੈ ਜਿਹੜੇ ਅੱਖਰ ਸ਼ੁਰੂ 'ਚ ਨਹੀਂ ਆਉਂਦੇ ਗੇ। ਕੋਈ ਵੀ ਸ਼ਬਦ ਆਪਾਂ ਆਧੁਨਿਕ ਪੰਜਾਬੀ ਜਦੋਂ ਵੀ ਆਪਾਂ ਲਿਖਦੇ ਹਾਂ ਤੇ ਨਾ ਤਾਂ ਗੰਗੇ ਤੋਂ ਕਦੇ ਕੋਈ ਸ਼ਬਦ ਸ਼ੁਰੂ ਹੁੰਦਾ, ਨਾ ਇਹਦੇ ਤੋਂ ਸ਼ੁਰੂ ਹੁੰਦਾ ਨੰਨੇ ਤੋਂ, ਤੇ ਨਾ ਭਾਈ ਇਹਦੇ ਤੋਂ ਹੁੰਦਾ, ਹੈ ਨਾ। ਇਹਦੇ ਤੋਂ ਲੱਲੇ ਪੈਰ ਬਿੰਦੀ ਤੋਂ ਵੀ ਨਹੀਂ ਹੁੰਦਾ, ਹੈ ਨਾ। ਹਾਂ, ਤੇ ਇਹ ਤੁਸੀਂ ਦੇਖ ਲਿਓ, ਤੁਸੀਂ ਅੜਾੜੇ ਤੋਂ ਵੀ ਨਹੀਂ ਹੁੰਦਾ ਗਾ, ਆ ਲਓ, ਅੜਾੜੇ ਤੋਂ ਵੀ ਨਹੀਂ। ਇਹ ਅੜਾੜਾ ਤੇ ਲੱਲੇ ਪੈਰ ਬਿੰਦੀ ਇਹ ਮੌਖਿਕ ਵਿਅੰਜਨ ਹੈ ਨਾ। ਇਸ ਤਰ੍ਹਾਂ ਵੀ ਮੰਨ ਲਓ ਪ੍ਰਸ਼ਨ ਬਣ ਜੇ ਵੀ ਕਿਹੜਾ ਮੌਖਿਕ ਵਿਅੰਜਨ ਸ਼ਬਦ ਦੇ ਸ਼ੁਰੂ ਵਿੱਚ ਨਹੀਂ ਆਉਂਦਾ, ਤੇ ਉੱਥੇ ਮੌਖਿਕ ਵਿਅੰਜਨ ਦੇ ਵਿੱਚ ਦਿੱਤਾ ਹੋਵੇ ਜਿਵੇਂ ਆਪਸ਼ਨ, ਤੇ ਨਾਸਕੀ ਵਿਅੰਜਨਾਂ ਦਾ ਵੀ ਦਿੱਤਾ ਹੋਵੇ। ਇਹ ਵੀ ਤੁਸੀਂ ਯਾਦ ਰੱਖਣਾ, ਮੌਖਿਕ ਤੇ ਨਾਸਕੀ ਦਾ ਫਰਕ ਵੀ ਯਾਦ ਰੱਖਣਾ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਬਾਈ। ਅਗਲਾ ਪ੍ਰਸ਼ਨ ਦੇਵੀਓ ਔਰ ਸੱਜਣੋ, ਕਿੱਧਰ ਗਿਆ? ਹਾਂ, ਆ ਰਿਹਾ। ਨਾਸਿਕਤਾ ਦਾ ਸੰਬੰਧ ਹੈ। ਨਾਸਿਕਤਾ ਦਾ ਸੰਬੰਧ ਕਿਹਦੇ ਨਾਲ ਹੈ ਬਾਈ? ਵਿਅੰਜਨ ਦੇ ਨਾਲ ਹੈ, ਸਵਰ ਦੇ ਨਾਲ ਹੈ, ਦੋਹਾਂ ਨਾਲ ਹੈ, ਜਾਂ ਕਿਸੇ ਨਾਲ ਵੀ ਨਹੀਂ। ਨਾਸਿਕਤਾ ਦਾ ਸੰਬੰਧ ਦੇਖੋ, ਨਾਸਿਕਤਾ ਜਿਹੜੀ ਇਹ ਅਖੰਡੀ ਧੁਨੀ ਹੈ। ਨਾਸਿਕਤਾ ਇੱਕ ਅਖੰਡੀ ਧੁਨੀ ਹੈ ਨਾ, ਅਰੇ ਅਖੰਡੀ ਹੈ ਨਾ, ਨਾਸਿਕਤਾ ਅਖੰਡੀ ਧੁਨੀ ਹੈ। ਤੇ ਇਸ ਅਖੰਡੀ ਧੁਨੀ ਨੂੰ ਪ੍ਰਗਟ ਕਰਨ ਵਾਸਤੇ 2 ਚਿੰਨ੍ਹ ਆਪਾਂ ਲਾਉਨੇ ਆ। ਇੱਕ ਦਾ ਨਾਮ ਹੈ ਬਿੰਦੀ ਤੇ ਇੱਕ ਦਾ ਨਾਮ ਹੈ ਟਿੱਪੀ। ਬਿੰਦੀ ਤੇ ਟਿੱਪੀ ਹੈ ਜਿਹੜੇ, ਇਹ ਦੋਨੇ ਚਿੰਨ੍ਹ ਹੈ ਜਿਹੜੇ ਇਹ ਨਾਸਿਕਤਾ ਵਾਸਤੇ ਵਰਤੇ ਜਾਂਦੇ ਆ। ਹੁਣ ਤੁਸੀਂ ਇਹ ਮੈਂ ਕਿਹਾ ਵੀ ਨਾਸਿਕਤਾ ਦਾ ਸੰਬੰਧ ਹੈ ਕਿ ਵਿਅੰਜਨ ਦੇ ਨਾਲ ਆ ਕਿ ਸਵਰ ਦੇ ਨਾਲ ਹੈ, ਦੋਹਾਂ ਨਾਲ ਹੈ, ਜਾਂ ਕਿਸੇ ਨਾਲ ਵੀ ਨਹੀਂ। ਤੁਸੀਂ ਕਹੋਗੇ ਸਰ ਜੀ ਆਹ ਸ਼ਬਦ ਲਿਖਿਆ, ਜਿਵੇਂ ਖੰਡ ਸ਼ਬਦ ਲਿਖਤਾ ਤੇ ਖੰਡ ਸ਼ਬਦ ਤੇ ਸਰ ਜੀ ਆਹ ਦੇਖੋ, ਹੈ ਨਾ, ਜਿਵੇਂ ਆ ਲਿਖਿਆ ਤੇ ਇਹਦੇ ਤੇ ਤਾਂ ਸਰ ਜੀ ਖੱਖੇ ਤੇ ਵੀ ਲੱਗੀ ਹੋਈ ਹੈ ਨਾਸਿਕਤਾ, ਇਸ ਕਰਕੇ ਵਿਅੰਜਨ ਦੇ ਨਾਲ ਤਾਂ ਹੋ ਗਿਆ ਸੰਬੰਧ ਇਹਦਾ, ਹੈ ਨਾ। ਤੇ ਇੱਕ ਜਿਵੇਂ ਮੰਨ ਲਓ ਆਪਾਂ ਹੋਰ ਸ਼ਬਦ ਲਿਖਣਾ ਹੋਵੇ, ਹੈ ਨਾ, ਜਿਹਦੇ ਵਿੱਚ ਅੰਗ ਸ਼ਬਦ ਹੈ, ਜਿਵੇਂ ਅੰਗ ਸ਼ਬਦ, ਫਿਰ ਤੁਸੀਂ ਦੂਜੀ ਉਦਾਹਰਣ ਦਿਓ ਵੀ ਸਰ ਜੀ ਆਹ ਦੇਖੋ ਅੰਗ ਸ਼ਬਦ ਹੈ ਤੇ ਇਹਦੇ ਇਹ ਸਵਰ ਹੈ ਐੜਾ ਤੇ ਇਹਦੇ ਉੱਪਰ ਨਾਸਿਕਤਾ ਲੱਗੀ ਹੋਈ ਹੈ ਤੇ ਸਵਰ ਦੇ ਨਾਲ ਵੀ ਹੈ, ਤੇ ਸਹੀ ਉੱਤਰ ਤਾਂ ਸਰ ਜੀ ਆ ਹੀ ਬਣਦਾ ਦੋਹਾਂ ਨਾਲ। ਇੱਥੇ ਤੁਸੀਂ ਹੋ ਗਏ ਗਲਤ। ਇਹਦੇ ਪਿਛਲੀ ਥਿਉਰੀ ਹੈ ਜਿਹੜੀ ਉਹ ਨਹੀਂ ਤੁਹਾਨੂੰ ਪਤਾ। ਹੁਣ ਤੁਸੀਂ ਕੀ ਕਰੋ, ਖੰਡ ਸ਼ਬਦ ਹੈ ਜਿਹੜਾ ਇਹਨੂੰ ਕਰੋ ਖੰਡ ਖੰਡ। ਸੁਣੀ ਜਾਓ ਧਿਆਨ ਨਾਲ, ਗੱਲ ਦੁਬਾਰੇ ਨਹੀਂ ਦੱਸੀ ਜਾਂਦੀ ਹੁੰਦੀ ਹੁਣ, ਕਿਉਂਕਿ ਐਗਜ਼ਾਮ ਦਾ ਟਾਈਮ ਨੇੜੇ ਹੈ। ਸੁਣ ਲਓ, ਨਾਸਿਕਤਾ ਦਾ ਸੰਬੰਧ ਹੈ ਜਿਹੜਾ ਉਹ ਦੋਹਾਂ ਦੇ ਨਾਲ ਨਹੀਂ ਗਾ ਭਾਈ।
ਇਹਦਾ ਮਤਲਬ ਕੀ ਹੈ? ਦੋਨਾਂ ਚੋਂ ਕਿਸੇ ਇੱਕ ਦੇ ਨਾਲ ਹੈ, ਵਿਅੰਜਨ ਨਾਲ ਹੈ, ਸਵਰ ਨਾਲ ਹੈ, ਵਿਅੰਜਨ ਨਾਲ ਹੈ, ਸਵਰ ਨਾਲ ਹੈ। ਇਹ ਆਪਾਂ ਚੈੱਕ ਕਰਨਾ। ਆ ਰਿਹਾ ਖੰਡ ਸ਼ਬਦ। ਖੰਡ ਸ਼ਬਦ ਦੇ ਕਰੋ ਟੋਟੇ। ਜਦੋਂ ਤੁਸੀਂ ਖੰਡ ਸ਼ਬਦ ਦੇ ਕਰੋਗੇ ਟੁਕੜੇ ਤੇ ਤੁਸੀਂ ਲਿਖੋਗੇ ਖੈ ਪਲੱਸ ਐ, ਐੜੇ ਨੂੰ ਲਾਓਗੇ ਟਿੱਪੀ ਪਲੱਸ ਡੈ ਪਲੱਸ ਐ। ਤੁਸੀਂ ਕਹੋਗੇ ਸਰ ਜੀ ਆ ਲਓ ਅਸੀਂ ਕਰਤੇ ਟੋਟੇ ਇਹਦੇ ਤਾਂ, ਠੀਕ ਹੈ, ਅਸੀਂ ਇਹਦਾ ਕਰਤਾ ਸੰਧੀ ਵਿਛੇਦ। ਤੇ ਆ ਜਿਹੜੀ ਕੱਖੇ ਤੇ ਲੱਗੀ ਸੀ ਨਾਸਿਕਤਾ, ਇਹ ਮਿੱਤਰੋ ਕਿਹਦੇ ਤੇ ਆ ਗਈ ਹੈ? ਸਵਰ ਤੇ ਆ ਗਈ ਹੈ। ਕਿਵੇਂ ਹੈ ਕਿ ਨਹੀਂ? ਆ ਦੇਖ ਲਓ ਤੁਸੀਂ। ਹੁਣ ਜਿਵੇਂ ਸ਼ਬਦ ਹੈ ਗਾਂ, ਆ ਗਾਂ ਸ਼ਬਦ ਹੈ, ਦੇਖੋ ਤੁਸੀਂ ਤਾਂ ਇਹ ਕਹੋਗੇ ਵੀ ਸਰ ਜੀ ਬਿੰਦੀ ਹੈ ਜਿਹੜੀ ਉਹ ਵਿਅੰਜਨ ਤੇ ਲੱਗੀ ਹੋਈ ਹੈ। ਨਾ ਭਾਈ, ਇਹਦੇ ਕਰੋ ਟੁਕੜੇ। ਜਦੋਂ ਤੁਸੀਂ ਕੀਤੇ ਬਈ ਟੁਕੜੇ ਤੇ ਗੱਗੇ ਨੂੰ ਕਰਕੇ ਪਲੱਸ ਤੇ ਐੜੇ ਨੂੰ ਉੱਤੇ ਲੱਗ ਗਿਆ ਕੰਨਾਂ ਤੇ ਉੱਤੇ ਲੱਗ ਗਈ ਬਿੰਦੀ। ਹਲ ਗਾਂ ਸ਼ਬਦ ਐਵੇਂ ਬਣਿਆ। ਤੇ ਹੁਣ ਆ ਜਿਹੜੀ ਨਾਸਿਕਤਾ ਜਿਹੜੀ ਸੀਗੀ ਤੁਹਾਡੀ, ਇਹ ਕਿਹਦੇ ਤੇ ਚੱਲ ਗਈ? ਵਿਅੰਜਨ ਨੂੰ ਤੇ ਛੱਡ ਕੇ ਭੱਜ ਗਈ। ਇਹ ਕਿਹਦੇ ਤੇ ਚੱਲ ਗਈ? ਸਵਰ ਤੇ ਚੱਲ ਗਈ। ਨਾਸਿਕਤਾ ਦਾ ਸੰਬੰਧ ਸਵਰ ਦੇ ਨਾਲ ਹੁੰਦਾ ਹੈ, ਯਾਦ ਰੱਖਣਾ, ਠੀਕ ਹੈ। ਆਹ ਸ਼ਬਦ ਹੈ ਜਿਹੜਾ ਅੰਗ ਸ਼ਬਦ ਹੈ, ਇਹਨੂੰ ਤਾਂ ਤੁਸੀਂ ਕਰ ਹੀ ਨਹੀਂ ਸਕਦੇ। ਅੰਗ ਸ਼ਬਦ ਨੂੰ ਜਦੋਂ ਤੁਸੀਂ ਕਰੋਗੇ ਟੋਟੇ ਤੇ ਐ ਦੇ ਉੱਪਰ ਆ ਹੀ ਰਹੂਗੀ ਇਹ ਤਾਂ, ਠੀਕ ਹੈ। ਉਸ ਤੋਂ ਬਾਅਦ ਗੈ ਤੇ ਉਸ ਤੋਂ ਬਾਅਦ ਐਵੇਂ ਲਿਖ ਦੋਗੇ ਅੰਗ, ਹੈ ਨਾ। ਤੇ ਪਰ ਇੱਥੇ ਤਾਂ ਐ ਤੇ ਸਵਰ ਤੇ ਹੀ ਰਹੀ ਇਹ। ਮਤਲਬ ਕੀ ਆ? ਬਿੰਦੀ ਟਿੱਪੀ ਹੈ ਜਿਹੜੀ ਉਹ ਕਿਸੇ ਵੀ ਸ਼ਬਦ ਨੂੰ ਲੱਗੀ ਹੋਵੇ, ਜਦੋਂ ਆਪਾਂ ਉਹ ਕਿਸੇ ਵੀ ਅੱਖਰ ਨੂੰ ਲੱਗੀ ਹੋਵੇ, ਕਿਸੇ ਵੀ ਵਿਅੰਜਨ ਨੂੰ ਲੱਗੀ ਹੋਵੇ, ਭਾਵੇਂ ਕੋਈ ਵੀ ਦੇਖ ਲਓ ਤੁਸੀਂ ਉਦਾਹਰਨ ਚੱਕ ਕੇ, ਜਦੋਂ ਤੁਸੀਂ ਉਹਦੇ ਖੰਡ ਖੰਡ ਟੋਟੇ ਕਰੋਗੇ, ਜਦੋਂ ਉਹਨੂੰ ਧੁਨੀਆਂ 'ਚ ਬਦਲੋਗੇ ਤਾਂ ਉਹ ਚੱਕ ਕੇ ਸਵਰ ਧੁਨੀ ਨੂੰ ਲੱਗ ਜੂਗੀ, ਠੀਕ ਹੈ। ਇਸ ਕਰਕੇ ਨਾਸਿਕਤਾ ਦਾ ਸੰਬੰਧ ਸਵਰਾਂ ਦੇ ਨਾਲ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ। 2 ਪ੍ਰਸ਼ਨ ਹੋਰ ਦੇਖ ਲਈਏ, ਹੈ ਨਾ, ਇਹਨੂੰ ਫਿਰ ਕੱਲ੍ਹ ਨੂੰ ਕਰਾਂਗੇ। ਵਸਤੂ ਜਾਂ ਜੀਵ ਦੀ, ਕਿਉਂਕਿ ਗਲਾ ਬਹੁਤ ਖਰਾਬ ਰਿਹਾ ਇਹਨਾਂ ਦਿਨਾਂ ਦੇ ਵਿੱਚ, ਮਤਲਬ ਆ ਇੰਨੀ ਜਕੜਨ ਹੋ ਗਈ ਗਲੇ ਦੇ ਜਿਹੜੇ ਟੌਨਸਿਲ ਹੈ ਜਿਹੜੇ ਸਾਰੇ। 26 ਜਨਵਰੀ ਵਾਲੇ ਪ੍ਰੋਗਰਾਮ ਦਾ ਕਰਕੇ ਨਾ ਬੜਾ ਮਤਲਬ ਔਖਾ ਹੋਇਆ। ਮੈਂ ਬੜਾ ਔਖਾ ਪ੍ਰੋਗਰਾਮ ਨਿਭਾਇਆ, ਐਂਕਰਿੰਗ ਵਗੈਰਾ ਵੀ ਕੀਤੀ ਅਤੇ ਉਹ ਬੜਾ ਐਵੇਂ ਉਹ ਜਿਹੜਾ ਸਾਰਾ ਸਿਸਟਮ ਹੈ ਜਿਹੜਾ ਉਹ ਡਾਵਾਡੋਲ ਹੋ ਗਿਆ। ਫਿਰ ਉਸ ਤੋਂ ਬਾਅਦ ਰੈਸਟ ਦੀ ਜ਼ਿਆਦਾ ਲੋੜ ਸੀਗੀ, ਫਿਰ ਮੈਂ ਕਲਾਸ 'ਚ ਵੀ ਘੱਟ ਹੀ ਬੋਲਿਆ। ਫਿਰ ਮੈਂ ਸਟੂਡੈਂਟ ਉਵੇਂ ਤਾਂ ਵਿਚਾਰੇ ਚਲੋ ਕਹਿੰਦੇ ਆ ਵੀ ਸਰ ਤੁਸੀਂ ਠੀਕ ਹੈ, ਜਿੰਨਾ ਕੁ ਫਿਰ ਹੁੰਦਾ ਉਹਨਾਂ ਕੁ ਸ਼ਰਧਾ ਦੇ ਨਾਲ ਬੋਲ ਦਈਦਾ, ਅਤੇ ਉਹ ਤਾਂ ਕਰਕੇ ਥੋੜ੍ਹਾ ਜਿਹਾ ਰੈਸਟ ਦੀ ਲੋੜ ਹੈ। ਅੱਜ ਵੀ ਲੋੜ ਸੀਗੀ, ਪਰ ਮੈਂ ਕਿਹਾ ਨਹੀਂ ਅੱਜ ਨਾ ਥੋੜ੍ਹਾ ਜਿਹਾ ਸਟੂਡੈਂਟ ਨੂੰ ਜ਼ਰੂਰੀ ਹੈ ਨਾ। ਸਟੂਡੈਂਟ ਨੂੰ ਫਿਰ ਕਹੀਦਾ ਵੀ ਹੈ ਵੀ ਭਾਈ ਜ਼ਰੂਰ ਕੋਈ ਸਟੂਡੈਂਟ ਦੇ ਕਮੈਂਟ ਇਹੀ ਹੁੰਦੇ ਆ ਵੀ ਸਰ ਜੀ ਕਲਾਸ ਲਓ, ਰੋਜ਼ ਲੈ ਕੇ ਆਇਆ ਕਰੋ, ਰੋਜ਼ ਲੈ ਕੇ ਆਇਆ ਕਰੋ, ਹੈ ਨਾ। ਇਹ ਵੀ ਹੁੰਦਾ ਸਟੂਡੈਂਟ ਦਾ ਵਿਚਾਰੇ ਦਾ, ਸਟੂਡੈਂਟ ਡੀਕਦਾ ਹੈ ਨਾ। ਚਲੋ ਕੋਈ ਨਾ, ਇੱਕ ਵਾਰ ਮੈਂ ਹੁਣੇ ਹੀ ਦੇਖਦਾ। ਇੱਕ ਹੋਰ ਦੇਖੋ ਤੁਸੀਂ ਪ੍ਰਸ਼ਨ ਹੋਰ ਦੇਖੋ, ਥੋੜ੍ਹਾ ਜਿਹਾ ਹੋ ਜਾਊਗਾ ਗਲਾ ਹੌਲੀ ਹੌਲੀ ਸੈੱਟ, ਹੈ ਨਾ। ਤਬੀਅਤ ਥੋੜ੍ਹੀ ਜਿਹੀ ਕਾਫੀ ਮਤਲਬ ਹੋ ਗਈ ਸੀ ਡਾਊਨ। ਸੋ ਕੁਛ ਠੀਕ ਹੈ ਅੱਜ ਆਪਾਂ। ਸੋ ਦੇਖਦੇ ਹਾਂ ਅਗਲਾ ਪ੍ਰਸ਼ਨ। ਵਸਤੂ ਜਾਂ ਜੀਵ ਦੀ ਪੂਰੀ ਸ਼੍ਰੇਣੀ ਨੂੰ ਪ੍ਰਗਟ ਕਰਨ ਵਾਲਾ ਨਾਮ ਹੈ। ਲਓ ਜੀ, ਆ ਨਾਮ ਦੇ ਜਿਹੜੇ ਦਿੱਤੇ ਆ ਪ੍ਰਕਾਰ, ਇਹਨਾਂ ਦੀਆਂ ਤੁਸੀਂ ਪਰਿਭਾਸ਼ਾਵਾਂ ਯਾਦ ਰੱਖਣੀਆਂ। ਵਸਤੂ ਜਾਂ ਜੀਵ ਦੀ ਪੂਰੀ ਸ਼੍ਰੇਣੀ ਨੂੰ ਪ੍ਰਗਟ ਕਰਨ ਵਾਲਾ ਆਪਣਾ ਕਿਹੜਾ ਨਾਮ ਹੈ ਭਾਈ? ਇਹ ਹੈਗਾ ਜੀ ਆਪਣਾ ਜਾਤੀਵਾਚਕ ਨਾਮ, ਜਿਹਨੂੰ ਤੁਸੀਂ ਆਮ ਵੀ ਕਿਹਾ ਜਾਂਦਾ, ਆਮ ਨਾਮ ਵੀ ਕਿਹਾ ਜਾਂਦਾ, ਠੀਕ ਹੈ ਭਾਈ। ਜਾਤੀਵਾਚਕ ਨਾਮ ਇਹ ਹੈ ਜਿਹੜਾ ਕਿਸੇ ਵਸਤੂ ਜਾਂ ਜੀਵ ਦੀ ਪੂਰੀ ਸ਼੍ਰੇਣੀ ਨੂੰ ਪ੍ਰਗਟ ਕਰਦਾ ਹੈ। ਅਗਲਾ ਪ੍ਰਸ਼ਨ ਹੈ, ਨਾਮ ਦੇ ਦੁਹਰਾਓ ਨੂੰ ਰੋਕਦਾ ਹੈ। ਪੜਨਾਮ, ਕਿਰਿਆ, ਵਿਸ਼ੇਸ਼ਣ ਜਾਂ ਸੰਬੰਧਕ। ਪਤਾ ਹੀ ਹੈ ਨਾਮ ਦੇ ਦੁਹਰਾਵ ਨੂੰ ਨਾਮ ਦੀ ਜਗ੍ਹਾ 'ਤੇ ਵਰਤਿਆ ਜਾਂਦਾ ਜਿਹੜਾ, ਉਹੀ ਰੋਕਦਾ ਭਾਈ। ਨਾਮ ਦੇ ਦੁਹਰਾਅ ਨੂੰ ਰੋਕਦਾ ਹੈ ਸਾਡਾ ਪੜਨਾਮ ਰੋਕਦਾ, ਠੀਕ ਹੈ। ਇੱਕ ਪ੍ਰਸ਼ਨ ਹੋਰ ਦੇਖ ਲੈਂਦੇ ਹਾਂ। 24 ਨੰਬਰ ਦਾ ਸਹੀ ਉੱਤਰ ਪੜਨਾਮ ਹੈ ਭਾਈ। ਅਗਲਾ ਪ੍ਰਸ਼ਨ ਹੈ, ਆਪ ਕਦੋਂ ਆਏ? ਵਾਕ ਵਿੱਚ ਆਪ ਕੀ ਹੈ ਭਾਈ ਦੱਸੋ? ਨਿਜਵਾਚਕ ਪੜਨਾਮ ਹੈ, ਪੁਰਖਵਾਚੀ ਪੜਨਾਮ ਹੈ, ਨਿਸ਼ਚੈਵਾਚਕ ਪੜਨਾਮ ਹੈ ਜਾਂ ਪ੍ਰਸ਼ਨਵਾਚਕ ਪੜਨਾਮ ਹੈ? ਆਪ ਕਦੋਂ ਆਏ, ਇਹ ਹੈ ਜਿਹੜਾ ਦੇਖਣਾ ਤੁਸੀਂ ਵੀ ਕਿਹੜਾ ਹੈ ਇਹਦੇ ਵਿੱਚ, ਹੈ ਨਾ। ਕਿਉਂਕਿ ਆਪ ਸ਼ਬਦ ਹੈ ਜਿਹੜਾ, ਆਪ ਸ਼ਬਦ ਹੈ ਜਿਹੜਾ, ਆਪ ਸ਼ਬਦ ਹੈ ਜਿਹੜਾ, ਇਹ ਨਿਜਵਾਚਕ ਪੜਨਾਮ ਨਾਲ ਵੀ ਸੰਬੰਧਿਤ ਹੈ। ਅਤੇ ਤੁਸੀਂ ਕੀ ਕਰਨਾ ਸੀਗਾ? ਤੁਸੀਂ ਕਹਿਣਾ ਸੀਗਾ ਵੀ ਆਹ ਤਾਂ ਨਿਜਵਾਚਕ ਪੜਨਾਮ ਦੇ ਨਾਲ ਹੀ ਹੈ, ਇੱਥੇ ਚੱਕ ਦੋ ਕੰਮ ਬਹੁਤ ਸਾਰੇ। ਨਿਜਵਾਚਕ ਪੜਨਾਮ ਦੇ ਪਿੱਛੇ ਜਿਹੜੇ ਰੂਲਸ ਕੰਮ ਕਰ ਰਹੇ ਆ ਉਹ ਤੁਸੀਂ ਯਾਦ ਰੱਖਣੇ ਆ। ਨਿਜਵਾਚਕ ਪੜਨਾਮ ਦੇ ਵਿੱਚ ਮਤਲਬ ਕੀ ਹੈ ਵੀ ਜਿਹੜੀ ਨਿਜਤਾ ਦਾ ਸੰਬੰਧ ਹੁੰਦਾ ਹੈ, ਮਤਲਬ ਉਹਦੇ ਨਾਲ ਸੰਬੰਧਿਤ ਨਾਮ ਜਾਂ ਪੜਨਾਮ ਉੱਥੇ ਦਿੱਤਾ ਹੁੰਦਾ ਹੈ ਨਾ। ਮੈਂ ਆਪ ਆਪਣਾ ਸਾਰਾ ਕੰਮ ਕਰਾਂਗਾ, ਇਹ ਤਾਂ ਹੈਗਾ ਨਿਜਵਾਚਕ। ਵੀ ਜਿਹੜਾ ਮੈਂ ਸ਼ੁਰੂ ਦੇ ਵਿੱਚ ਜਿਹੜਾ ਸਬਜੈਕਟ ਆਇਆ
ਚਾਹੇ ਨਾਂਵ ਹੈ ਚਾਹੇ ਪੜਨਾਂਵ ਹੈ। ਉਹ ਜਿਹੜਾ ਆਪ ਸ਼ਬਦ ਇਹਦੇ 'ਚ ਆਇਆ, ਜਿਹੜੀ ਮੈਂ ਉਦਾਹਰਨ ਬੋਲੀ ਆ ਵੀ ਮੈਂ ਆਪ ਆਪਣਾ ਕੰਮ ਕਰਾਂਗਾ, ਅਤੇ ਆਪ ਸ਼ਬਦ ਹੈ ਜਿਹੜਾ ਉਹ ਉਸ ਨੂੰ ਰਿਪਰੈਜ਼ੈਂਟ ਕਰ ਰਿਹਾ ਮੈਂ ਸ਼ਬਦ ਨੂੰ, ਇਸ ਕਰਕੇ ਮੈਂ ਆਪ ਨਾਲ ਸੰਬੰਧਿਤ ਹੈ ਦੋਨੋਂ ਇੱਕ ਦੂਜੇ ਨਾਲ। ਪਰ ਇੱਥੇ ਸ਼ਬਦ ਹੈ ਆਪ ਕਦੋਂ ਆਏ, ਇਹ ਹੈ ਜਿਹੜਾ ਇਹ ਪੁਰਖਵਾਚਕ ਪੜਨਾਂਵ ਹੈ। ਠੀਕ ਹੈ ਬਾਈ, ਆਪ ਕਦੋਂ ਆਏ, ਆਪ ਸ਼ਬਦ ਹੈ ਜਿਹੜਾ, ਅਤੇ ਇਹ ਆਪਾਂ ਪੁਰਖਵਾਚੀ ਪੜਨਾਂਵ ਦੇ ਵਿੱਚ ਜਿਹੜਾ ਦੂਜਾ ਪੁਰਖ ਹੁੰਦਾ ਹੈ ਨਾ, ਦੂਜਾ ਪੁਰਖ ਵਾਸਤੇ ਵਰਤਦੇ ਆਪਾਂ ਆਪ। ਜਦੋਂ ਆਪਾਂ ਕਿਸੇ ਨੂੰ ਪੁੱਛਦੇ ਹਾਂ ਸਾਹਮਣੇ ਬੰਦੇ ਨੂੰ ਵੀ ਆਪ ਕਦੋਂ ਆਏ, ਤੁਸੀਂ ਮਤਲਬ ਵੈਸੇ ਆਪ ਤਾਂ ਮੈਂ ਉਹੀ ਲਿਖਤਾ, ਆਪ ਤਾਂ ਉਹ ਹਿੰਦੀ ਦਾ ਸ਼ਬਦ ਹੈ ਨਾ, ਐਵੇਂ ਦਾ ਕੋਈ ਪ੍ਰਸ਼ਨ ਮੈਂ ਵੈਸੇ ਹੀ ਮਤਲਬ ਮੈਂ ਕਿਹਾ ਵੀ ਨਿਜਵਾਚਕ ਪੜਨਾਂਵ ਤੁਸੀਂ ਹੁਣ ਧਿਆਨ ਨਾਲ ਪੜ੍ਹ ਲਓਗੇ ਥੋੜ੍ਹਾ ਜਿਹਾ ਹੈ ਨਾ, ਪੁਰਖਵਾਚਕ ਪੜਨਾਂਵ ਵੀ ਤੁਸੀਂ ਧਿਆਨ ਨਾਲ ਪੜ੍ਹ ਲਓਗੇ ਹੈ ਨਾ, ਅਤੇ ਇਹ ਤੁਸੀਂ ਥੋੜ੍ਹਾ ਜਿਹਾ ਦੋਨੇ ਪੜ੍ਹ ਲੈਣੇ ਆ, ਇਹਨਾਂ ਦੇ ਵਿੱਚ ਫਰਕ ਕਰ ਲੈਣਾ ਤੁਸੀਂ। ਆਪ ਸ਼ਬਦ ਦੀ ਖਾਸ ਕਰ ਗੱਲ ਮੈਂ ਕਰਦਾ, ਹਾਂ ਵੈਸੇ ਤਾਂ ਆਪਣੇ ਸ਼ਬਦ ਹੈਗਾ ਤੁਸੀਂ ਕਦੋਂ ਆਏ, ਹਾਂ ਠੀਕ ਹੈ। ਤੁਸੀਂ ਸ਼ਬਦ ਹੈ ਜਿਹੜਾ ਇਹ ਆਪਾਂ ਨੂੰ ਪਤਾ ਹੀ ਆ, ਦੂਜਾ ਪੁਰਖ, ਦੂਜੇ ਪੁਰਖ ਵਾਸਤੇ ਪੁਰਖਵਾਚੀ ਪੜਨਾਂਵ ਹੀ ਹੈ। ਸੋ ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ। ਕੁਝ ਆਪਾਂ ਪਿਛਲੀ ਜਮਾਤ ਜਿਹੜੀ ਕੀਤੀ ਸੀ 2 ਮਿੰਟਾਂ 'ਚ ਮੈਂ ਨਾ, ਜਿਹੜੀ ਆਪਣੀ ਪਿਛਲੀ ਜਮਾਤ ਸੀਗੀ ਨਾ, ਉਹਦੇ ਆਪਾਂ ਦੇਖ ਲਈਏ, ਕੋਈ ਕਮੈਂਟਸ ਦੇਖ ਲਈਏ। ਕਮੈਂਟ ਕਠਹਿਰੇ ਬੇਟਾ, ਕਮੈਂਟ ਕਮੈਂਟ ਦੇਖ ਲਈਏ, ਥੋੜ੍ਹੇ ਜਿਹੇ ਪੜ੍ਹ ਲਈਏ, ਇਹਨਾਂ ਨੇ ਪਤਾ ਲੱਗ ਜੂਗਾ ਸਟੂਡੈਂਟ ਕੀ ਕਹਿਣਾ ਚਾਹੁੰਦੇ ਆ। ਕਾਫੀ ਦਿਨ ਹੋ ਗਏ, 7 ਦਿਨ ਹੋ ਗਏ ਸੀ ਕਲਾਸ ਹੋਈ ਨੂੰ ਹੈ ਨਾ, ਹਾਂ ਠੀਕ ਹੈ। ਥੈਂਕ ਯੂ ਸੋ ਮੱਚ। 3rd ਗ੍ਰੇਡ ਦਾ ਕੋਰਸ ਲਿਆ ਹੋਇਆ, ਉਹਦੇ 'ਚ 10th ਕਲਾਸ ਦੀਆਂ ਕਲਾਸਾਂ ਪਾਤੀਆਂ ਬਈ ਸਾਰੀਆਂ, ਹੁਣ ਤਾਂ ਪਾਤੀਆਂ। ਉਹ ਇੱਕ ਅੱਧੀ ਕੋਈ ਹੋਰ ਰਹਿ ਗਈ ਹੈ ਭਾਸ਼ਾ ਉਹਦੇ ਨਾਲ, ਪੈਡਾਗੋਜੀ ਨਾਲ ਸੰਬੰਧਿਤ 2 ਕੁ ਰਹਿ ਗਈਆਂ ਮੈਨੂੰ ਲੱਗਦਾ, ਉਹ ਵੀ ਮੈਂ ਕਰਵਾ ਦੂੰਗਾ ਕੋਈ ਨਹੀਂ। ਸਰ ਤੁਸੀਂ ਬਸ ਲਗਭਗ ਸਟੂਡੈਂਟ ਦਾ ਥੈਂਕਸ ਹੈ, ਕੰਮ ਦਾ ਦੇਖਦੇ ਹਾਂ। ਆਹ ਦੇਖੋ ਵੇਖਿਆ ਨਾ, ਇੱਕ ਸਟੂਡੈਂਟ ਨੇ ਵਿਚਾਰੇ ਨੇ ਸਰ ਡੇਲੀ ਟੌਪਿਕਸ ਅਕੋਰਡਿੰਗ ਕੁਐਸਚਨ ਕਰਵਾ ਦੇਵੋ। ਟੌਪਿਕ ਦੇ ਅਕੋਰਡਿੰਗ ਤਾਂ ਦੇਖੋ ਮੇਰੇ ਕੋਲ ਸੰਭਵ ਨਹੀਂਗਾ, ਕਿਉਂਕਿ ਮੈਂ ਤਾਂ ਬਾਈ ਟੈਸਟ ਸੀਰੀਜ਼ ਦੇ ਹਿਸਾਬ ਨਾਲ ਕਰਵਾ ਰਿਹਾ। ਟੈਸਟ ਸੀਰੀਜ਼ ਦੇ ਵਿੱਚ ਮੈਂ 3-3 4-4 ਟੌਪਿਕ ਦੇ ਹਿਸਾਬ ਨਾਲ ਉਹ ਟੈਸਟ ਲਿਆ ਜਾਵੇ, ਅਤੇ ਉਸੇ ਹਿਸਾਬ ਨਾਲ ਤੁਸੀਂ ਉਹ ਐਡਜਸਟ ਕਰ ਲਿਓ ਯਾਰ। ਆਹ ਟੌਪਿਕ ਟੂਪਿਕ ਵਾਈਜ਼ ਇਹ ਜਵਾਕਾਂ ਵਾਲੀਆਂ ਗੱਲਾਂ ਇਹਨਾਂ ਨੂੰ ਛੱਡ ਦਿਓ। ਹੁਣ ਤਾਂ ਜਿਵੇਂ ਜਿੱਥੋਂ ਪ੍ਰਸ਼ਨ ਆਵੇ ਨਾ ਉਵੇਂ ਹੀ ਪੈਡਾਗੋਜੀ ਦੇ ਕੁਐਸਚਨ ਆ ਜਾਣਗੇ ਬਈ। ਇੱਕ ਸਟੂਡੈਂਟ ਦਾ ਇਹ ਸਵਾਲ ਹੈ, ਪੈਡਾਗੋਜੀ ਦੇ ਕੁਐਸਚਨ ਕਰਵਾਓ ਬਈ, ਆਉਣਗੇ। ਇਹ ਤਾਂ ਟੈਸਟ ਸੀਰੀਜ਼ ਦੇ ਹਿਸਾਬ ਨਾਲ ਆਉਣਗੇ, ਆ ਜਾਣਗੇ, ਸ਼ਾਨਦਾਰ ਪ੍ਰਸ਼ਨ ਆਉਣਗੇ, ਉਹ ਵਿੱਚ ਨਹੀਂ ਕਰਵਾ ਸਕਦਾ। ਸਿੱਖਣ ਵਿਧੀਆਂ ਦੇ ਵੀ ਇੱਕ ਨੇ ਕਿਹਾ ਇਹ ਵੀ ਆ ਜਾਣਗੇ। ਸਿੱਖਣ ਵਿਧੀਆਂ ਦੇ ਵੀ, ਜਦੋਂ ਸਿੱਖਣ ਵਿਧੀਆਂ ਦੀ ਸੀਕੁਐਂਸ ਵੇਖੋ, ਸਿਲੇਬਸ ਦੇਖੋ, ਸਿਲੇਬਸ ਦੇ ਵਿੱਚ ਦੇਖੋ ਸਿੱਖਣ ਵਿਧੀਆਂ ਕਿੱਥੇ ਪਈਆਂ, ਉੱਥੇ ਆਉਣਗੇ ਉਹ। ਸਰ ਸਾਹਿਤ ਦੇ ਰੂਪ ਕਰਵਾ ਦਿਓ, ਨਾਵਲ, ਨਾਟਕ, ਗੀਤ, ਗਜ਼ਲ, ਜੀਵਨੀ, ਸਫ਼ਰਨਾਮਾ, ਇਹ ਮੈਂ ਸਾਰੇ ਕਰਵਾਤੇ ਐਪ ਦੇ ਵਿੱਚ ਬਈ, ਸਾਰੇ ਪੂਰੇ ਸ਼ਾਨਦਾਰ ਕਰਵਾਏ ਆ। ਟੈਨਸ਼ਨ ਫਰੀ ਹੋ ਕੇ ਕਰੋ। ਟੌਪਿਕ ਵਾਈਜ਼ ਨਹੀਂ ਕਰਵਾ ਸਕਦਾ ਬਈ ਮੈਂ ਤਾਂ ਆਪਦੀ ਟੈਸਟ ਸੀਰੀਜ਼ ਦੇ ਹਿਸਾਬ ਨਾਲ ਚੱਲੂਗਾ। ਹਾਂ ਟੈਸਟ ਸੀਰੀਜ਼ ਆ ਬਾਹਲੀ ਗੱਲ ਆ, ਉਹਨੂੰ ਮੈਂ ਟੈਲੀਗ੍ਰਾਮ 'ਤੇ ਪਾ ਰੱਖੀ ਆ, ਉਵੇਂ ਤਾਂ ਉਹਦਾ ਉਸ ਹਿਸਾਬ ਨਾਲ ਕ੍ਰਮ ਦੇ ਹਿਸਾਬ ਨਾਲ ਦੇਖ ਲਿਓ। ਆਹ ਹੁਣ ਹੈ ਜਿਹੜਾ ਇਹ ਤੀਜਾ 3 ਹੋ ਗਏ ਸੀ, ਆਪਣੇ 3 ਦੀ ਵਿਆਖਿਆ ਕਰਤੀ ਹੈ, ਅਤੇ ਜਿਹੜਾ ਚੌਥਾ ਸੀ ਇਹ ਸੀਗਾ ਰਿਵੀਜ਼ਨ ਟੈਸਟ ਸੀ। ਇਹ ਰਿਵੀਜ਼ਨ ਟੈਸਟ ਆਪਣਾ ਇਸ ਤੋਂ ਬਾਅਦ ਸੀ ਪੰਜਾਬੀ ਟੀਚਿੰਗ ਮੈਥਡ ਬਈ, ਆ ਜਾਣਗੇ ਅੱਗੇ, ਆਉਣਗੇ ਟੀਚਿੰਗ ਮੈਥਡ ਅੱਗੇ। ਸੁਹਾਗ ਗੀਤਾਂ ਵਿੱਚ ਕੁੜੀ ਇੱਛਾ ਪ੍ਰਗਟ ਕਰਦੀ ਹੈ ਨਾ, ਸੁਹਾਗ ਗੀਤਾਂ ਵਿੱਚ ਕੁੜੀ ਇੱਛਾ ਪ੍ਰਗਟ ਕਰਦੀ ਹੈ, ਹਾਂ, ਪਰ ਉਹਦਾ ਮਤਲਬ ਉਹ ਜਿਹੜਾ ਹੁੰਦਾ, ਜਿਹੜਾ ਅੱਗੇ ਮੈਂ ਕਿਹਾ ਸੀ ਨਾ, ਉਹ ਅੱਗੇ ਦੱਸਿਆ ਸੀ ਜਿਹੜਾ, ਉਹ ਤੁਸੀਂ ਦੇਖ ਲਿਓ ਮਾੜਾ ਜਿਹਾ। ਇਹ ਤੁਸੀਂ ਨਾ ਜੋ ਵੀ ਹੈਗੇ ਹੋ, ਤੁਸੀਂ ਸੁਹਾਗ ਗੀਤਾਂ ਵਿੱਚ ਕੁੜੀ ਇੱਛਾ ਪ੍ਰਗਟ ਕਰਦੀ ਹੈ ਨਾ, ਡਾਊਟ ਕਲੀਅਰ ਕਰੋ। ਇਹ ਡਾਊਟ ਤੁਹਾਡਾ 9ਵੀਂ ਵਾਲੀ ਬੁੱਕ ਕਲੀਅਰ ਕਰੂਗੀ। ਮੇਰੇ ਕੋਲ ਹੁਣ ਹੈ ਨਹੀਂ ਗੀ, ਨਹੀਂ ਤਾਂ ਮੈਂ ਇੱਥੇ ਪੜ੍ਹ ਕੇ 2 ਲਾਈਨਾਂ ਸੁਣਾ ਦਿੰਦਾ। ਤੁਸੀਂ 9th ਵਾਲੀ ਬੁੱਕ ਧਿਆਨ ਨਾਲ ਪੜ੍ਹ ਲੈਣੀ ਹੈ, ਸੁਹਾਗ ਗੀਤਾਂ ਦੀ ਐਜ਼ ਇਟ ਇਜ਼ ਪੂਰੀ ਧਿਆਨ ਨਾਲ ਪੜ੍ਹਨੀ ਹੈ। ਵਿੱਚੋਂ ਪ੍ਰਸ਼ਨ ਬਣੂਗਾ ਉੱਥੇ, ਉਸੇ ਦੀ ਬਣੂਗਾ, ਉਸ ਤੋਂ ਇਲਾਵਾ ਨਹੀਂ। बुक सर वधिया है, ये भी आ रहा है। पुराने पेपर से लेवल और करने का तरीका बताओ। भाई साहब पुराना पेपर नहीं है कोई, पुराना पेपर है जोड़ा वो 2012 वाला जोड़ा 2018 च आया होया सी, वो निरी व्याकरण आई सी, उहदे विच कुछ भी नहीं गा, कोई लेवल का पता ही नहीं गा। इस करके भाई लेवल लूवल है नहीं गा, इत्थे कोई पता नहीं लेवल का। सर मैंने लेवल 2 का कोर्स लिया था जो अभी तक नहीं चला, तो ये मैं नहीं शुरू करूँगा, गुरलाल सर शुरू करनगे। गुरलाल सर दा वो जी SS एजुकेशन ऐप है जी नवीं, वो नंबर भी दे रखे सर दा। ऐप नहीं, ऐप तो पुराना नहीं ना चल रहा। संतवीर सर ऐप नहीं चल रहा हुण, कमेंट बेचारे दे 7-7 दिन पहला दे पुराने है थोड़े जी। सर मेरी हेल्प करो, मुझे नौकरी की जरूरत है। हाँ तो मैं कदों कहना, मैं तो बहुत हेल्प कर रहा, रब करे तुहाडी नौकरी लगे, मैं यही कहना चाहना।
ਸੋ ਇਹ ਮਤਲਬ ਜਿਹਨੂੰ ਜਿਹੜਾ ਮਤਲਬ ਜਿਹੜਾ ਸਟੂਡੈਂਟ ਇਹ ਕਹਿੰਦਾ ਨਾ ਸਰ ਮੁਝੇ ਨੌਕਰੀ ਕੀ ਬਹੁਤ ਜ਼ਰੂਰਤ ਹੈ, ਹਾਂ ਬਿਲਕੁਲ ਹੈ, ਲੋੜ ਅਸਲ ਦੇ ਵਿੱਚ ਸਾਰਿਆਂ ਨੂੰ ਹੈ, ਪਰ ਮਿਹਨਤ ਤੁਸੀਂ ਜਾਰੀ ਰੱਖਣੀ ਹੈ ਆਪਣੀ। 3rd ਗ੍ਰੇਡ ਪੰਜਾਬੀ ਦਾ ਪੇਪਰ ਬਹੁਤ ਔਖਾ ਆਉਣ ਵਾਲਾ ਨਹੀਂ, ਬਿਲਕੁਲ ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ, ਨਹੀਂ ਆਊਗਾ। ਬਾਕੀ ਤੁਸੀਂ ਕਿਤੇ ਪਾਸੇ ਭਟਕਦੇ ਫਿਰਦੇ ਆ ਤਾਂ ਉਹ ਨਹੀਂ ਮੈਂ ਕਹਿ ਸਕਦਾ ਕੁਛ ਵੀ। ਪੈਰ ਬਿੰਦੀ ਲਿਪਾਂਕ ਕਿਹੜੇ ਆ ਦੱਸ ਦਿਓ। ਆ ਤਾਂ ਮੈਂ ਚੰਗੀ ਤਰ੍ਹਾਂ ਤਾਂ ਦੱਸਿਆ ਸੀਗਾ। ਵਰਨਮਾਲਾ 'ਚ ਜਿਹੜੇ ਪੈਰ ਬਿੰਦੀ ਵਾਲੇ ਅੱਖਰ ਹੈ ਕਿੰਨੇ ਹੈ? 6 ਹੈ ਵਰਨਮਾਲਾ ਦੇ ਵਿੱਚ। ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ ਅਤੇ ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ। 6 ਹੋ ਗਏ। 6 ਦੇ 6 ਪੈਰ ਬਿੰਦੀ ਲਿਪਾਂਕ ਹੈ। ਤਾਂ ਮਤਲਬ ਜਿਹੜੀਆਂ ਧੁਨੀਆਂ ਹੈ ਨਾ, ਜਿਹੜੀਆਂ ਮਤਲਬ ਵਰਨਮਾਲਾ ਵਾਲੇ ਜਿਹੜੇ ਉਹ ਅੱਖਰ ਹੈ ਉਹਨਾਂ ਨੂੰ ਲਿਪਾਂਕ ਕਿਹਾ ਗਿਆ, ਬਸ ਉਹ ਇੰਨੀ ਗੱਲ ਹੀ ਹੈ, ਹੋਰ ਕੁਛ ਨਹੀਂ ਗਾ। ਉਹਦਾ ਨਾਮ ਬਦਲਤਾ, ਤੁਸੀਂ ਨਾਮ ਤੋਂ ਹੀ ਘਬਰਾਈ ਜਾਂਦੇ ਆ। ਫਿਰ ਤੁਸੀਂ ਕੋਈ 2nd ਗ੍ਰੇਡ ਵਾਲੀ ਬੁੱਕ ਪੜ੍ਹੀ ਜਾਂਦੇ ਆ, ਤੁਸੀਂ ਆਪਣਾ ਟਾਈਮ ਅਗਰ ਖਰਾਬ ਕਰੀ ਜਾਂਦੇ ਹੋ ਤਾਂ ਭਾਈ ਆਪਦੀ ਜ਼ਿੰਮੇਵਾਰੀ ਨਾਲ ਤੁਸੀਂ ਇਹ ਕਰਨਾ। ਮੈਂ ਤਾਂ ਇਹੀ ਗੱਲ ਕਹਿੰਦਾ ਵੀ ਪੇਪਰ ਨਾ ਔਖਾ ਆਊਗਾ ਨਾ ਸੌਖਾ ਆਊਗਾ, ਪੇਪਰ ਆਊਗਾ ਦਰਮਿਆਨੇ ਜਿਹੇ ਲੈਵਲ ਦਾ, ਵਿਚਾਲੜੇ ਲੈਵਲ ਦਾ। ਉਸ ਹਿਸਾਬ ਨਾਲ ਤੁਸੀਂ ਆਪਣੀ ਤਿਆਰੀ ਕਰੋ, ਮੂਲ ਕਿਤਾਬਾਂ ਪੜ੍ਹਦੇ ਰਹੋ ਬਸ ਟਕਾ ਕੇ। 9ਵੀਂ 10ਵੀਂ ਵਾਲੀਆਂ ਕਿਤਾਬਾਂ ਜ਼ਰੂਰ ਪੜ੍ਹਨੀਆਂ ਤੁਸੀਂ, ਠੀਕ ਹੈ। ਉਸ ਤੋਂ ਬਾਅਦ ਠੀਕ ਹੈ ਜੀ, ਆ 25 ਪ੍ਰਸ਼ਨ ਆਪਾਂ ਅੱਗੇ ਕਰ ਲਿਆ ਅਤੇ ਅੱਗੇ 25 ਹੋਰ ਹੈ ਉਹ ਆਪਾਂ ਅਗਲੀ ਜਮਾਤ ਦੇ ਵਿੱਚ ਕਰਦੇ ਹਾਂ। ਜਲਦੀ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ।